ਤਾਂ ਇੱਕ ਕਾਲਰ ਨੇ ਆਪਣੀ ਘਟਨਾ ਸਾਂਝੀ ਕੀਤੀ। ਉਹਨਾਂ ਨੇ ਇੱਕ ਬੜੀ ਮਹਿੰਗੀ ਕਾਰ ਬਹੁਤ ਥੋੜ੍ਹਾ ਸਮਾਂ ਪਹਿਲਾਂ ਲੀਜ਼ 'ਤੇ ਕਿਸੇ ਕੰਪਨੀ ਤੋਂ ਲਈ ਸੀ ਅਤੇ ਉਸ ਤੋਂ ਬਾਅਦ ਉਹ ਇੱਕ ਦਿਨ ਰੈਂਪ ਦੇ ਉੱਤੇ ਸੀਗੇ, ਹਾਈਵੇ ਦੇ ਉੱਤੇ ਚੜ੍ਹ ਰਹੇ ਸੀ ਜਾਂ ਉਤਰ ਰਹੇ ਸੀ। ਰੈਂਪ ਦੇ ਉੱਤੇ ਸੀਗੇ, ਸਲੋ ਸਪੀਡ 'ਤੇ ਹੀ ਸੀਗੇ, ਜਿੰਨੀ ਕੁ ਉੱਥੇ 40 ਕੁ ਦੀ ਸਪੀਡ ਹੁੰਦੀ ਆ ਨੋਰਮਲੀ। ਉਹਨਾਂ ਦੇ ਕੋਲ ਦੀ ਇੱਕ ਮੋਟਰਸਾਈਕਲ ਵਾਲਾ ਬਹੁਤ ਜ਼ਿਆਦਾ ਸਪੀਡ ਦੇ ਨਾਲ, ਜਿਵੇਂ ਨੋਰਮਲੀ ਆਪਾਂ ਦੇਖਦੇ ਹਾਂ ਰੋਡਸ ਦੇ ਉੱਪਰ, ਬਹੁਤ ਜ਼ਿਆਦਾ ਸਪੀਡ ਨਾਲ ਲੰਘਿਆ। ਉਹਨਾਂ ਨੂੰ ਲੱਗਿਆ ਵੀ ਕਿਤੇ ਮੇਰੇ ਨਾਲ ਟਕਰਾ ਨਾ ਜਾਵੇ। ਬਚਾਓ ਦੇ ਚੱਕਰ ਦੇ ਵਿੱਚ ਉਹਨਾਂ ਨੇ ਸਟੀਅਰਿੰਗ ਉਹਨਾਂ ਤੋਂ ਇਸ ਤਰ੍ਹਾਂ ਨਾਲ ਘੁੰਮ ਗਿਆ ਕਿ ਉਹ ਗੱਡੀ ਜਿਹੜੀ ਆ ਉਹ ਸਾਈਡ ਦੇ ਉੱਤੇ ਰੇਲਿੰਗ ਦੇ ਵਿੱਚ ਜਾ ਕੇ ਵੱਜੀ। ਨੁਕਸਾਨ ਹੋਇਆ। ਜਦੋਂ ਉਹਨਾਂ ਨੇ ਇੰਸ਼ੋਰੈਂਸ ਨੂੰ ਅਪਰੋਚ ਕੀਤਾ, ਉਹਨਾਂ ਨੂੰ ਕੁਛ ਨਹੀਂ ਮਿਲਿਆ। ਉਹ ਕਹਿੰਦੇ ਜੀ ਤੁਹਾਡਾ ਕਿਸੇ ਨਾਲ ਟੱਕਰ ਨਹੀਂ ਹੋਈ, ਤੁਹਾਡਾ ਕੋਈ ਐਕਸੀਡੈਂਟ ਨਹੀਂ ਹੋਇਆ, ਤੁਹਾਨੂੰ ਕੁਛ ਨਹੀਂ ਮਿਲ ਸਕਦਾ। ਉਹ ਕਹਿੰਦੇ ਮੇਰੀ ਗੱਡੀ ਦਾ 15,000 ਦਾ ਨੁਕਸਾਨ ਹੋਇਆ। ਸੋ ਇਸ ਕੇਸ ਦੇ ਵਿੱਚ ਜਾਂ ਇਸ ਤਰ੍ਹਾਂ ਦੇ ਹੋਰ ਕਿਸੇ ਕੇਸ ਦੇ ਵਿੱਚ ਜਿਹਦੇ ਵਿੱਚ ਐਕਸੀਡੈਂਟ ਹੋਇਆ ਵੀ ਹੈ ਅਤੇ ਹੋਇਆ ਵੀ ਨਹੀਂ, ਬੰਦਾ ਕੀ ਕਰੇ? आई थिंक 150 या $200 ਵਿੱਚ ਸਟੀਅਰਿੰਗ ਲੌਕ ਲੋਕਾਂ ਨੇ ਦੇਣੇ ਸ਼ੁਰੂ ਕਰਤੇ ਹੈ। ਤਾਂ ਸਟੀਅਰਿੰਗ ਲੌਕ ਲਾ ਦੋਗੇ ਤਾਂ ਮੈਨੂੰ ਯਾਦ ਹੈ ਆ ਚੀਜ਼ ਇੰਡੀਆ 'ਚ ਪਹਿਲਾਂ ਬਹੁਤ ਜ਼ਿਆਦਾ ਹੁੰਦੀ ਸੀ, ਸਟੀਅਰਿੰਗ ਲੌਕ। ਹੁਣ ਆਈ ਥਿੰਕ ਜ਼ਮਾਨਾ ਇੱਥੇ ਵੀ ਇੱਦਾਂ ਦਾ ਆ ਗਿਆ। ਮੈਂ ਵੀ ਉਹੀ ਇੱਕ ਲਿਆ ਜੀ, ਉਹ $65 ਦਾ ਆਇਆ ਸੀਗਾ ਐਮਾਜ਼ੋਨ ਤੋਂ। ਮੈਂ ਵੀ ਉਹੀ ਲਾਉਣਾ ਜਿਹੜਾ ਪੈਡਲ ਨੂੰ ਅਤੇ ਉਹ ਸਟੀਅਰਿੰਗ ਨੂੰ ਲੱਗਦਾ। ਆਟੋ ਇੰਸ਼ੋਰੈਂਸ ਜਿਹੜੀ ਹੈ ਜੀ ਓਨਟਾਰੀਓ ਦੇ ਵਿੱਚ, ਕੈਨੇਡਾ ਦੇ ਵਿੱਚ ਵੈਸੇ ਸਾਰੇ ਦੇ ਵਿੱਚ ਜਿਹੜੀ ਹੈ ਆਟੋ ਇੰਸ਼ੋਰੈਂਸ ਬਹੁਤ ਮਹਿੰਗੀ ਹੈ। ਹਰ ਕਿਸੇ ਦੀ ਇੱਕ ਦੁੱਖ ਦੀ ਰਾਗ ਹੈ। ਇੰਡੀਆ ਦੇ ਵਿੱਚ ਆਪਾਂ ਕਹਿ ਦਿੰਦੇ ਹਾਂ ਕਿ ਉਨੀ ਗੱਡੀ ਦੀ ਕਿਸ਼ਤ ਨਹੀਂ ਹੁੰਦੀ ਜਿੰਨੀ ਆਪਾਂ ਇੱਥੇ ਇੰਸ਼ੋਰੈਂਸ ਭਰ ਰਹੇ ਹਾਂ। ਕਈ ਵਾਰ ਇੰਸ਼ੋਰੈਂਸ ਦੀ ਕਿਸ਼ਤ ਜਿਹੜੀ ਹੈ ਜੀ ਉਹ ਗੱਡੀ ਦੀ ਕਿਸ਼ਤ ਨਾਲੋਂ ਵੀ ਜ਼ਿਆਦਾ ਹੁੰਦੀ ਹੈ। ਅਤੇ ਬਹੁਤ ਸਾਰੇ ਇਹੋ ਜਿਹੇ ਫੈਕਟਰ ਹੈ ਜੀ ਜਿਹੜੇ ਅਫੈਕਟ ਕਰਦੇ ਆ ਆਪਣੀ ਇੰਸ਼ੋਰੈਂਸ ਨੂੰ। ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਧਿਆਨ ਦੇਣ ਵਾਲੀਆਂ ਹੁੰਦੀਆਂ। ਕਈ ਚੀਜ਼ਾਂ ਤੋਂ ਅਸੀਂ ਅਣਜਾਣ ਹੁੰਦੇ ਹਾਂ, ਕਈ ਚੀਜ਼ਾਂ ਤੋਂ ਅਸੀਂ ਜਾਣ ਬੁੱਝ ਕੇ ਅਣਜਾਣ ਬਣੇ ਰਹਿੰਦੇ ਹਾਂ। ਇਸੇ ਤਰ੍ਹਾਂ ਸਾਡੇ ਨਾਲ ਕਾਰ ਇੰਸ਼ੋਰੈਂਸ ਦੇ ਨਾਲ ਜਿਹੜੀ ਦੂਸਰੀ ਇੰਸ਼ੋਰੈਂਸ ਹੁੰਦੀ ਹੈ ਜੀ, ਉਹ ਹੁੰਦੀ ਹੈ ਸਾਡੀ ਹੋਮ ਅਤੇ ਪ੍ਰੋਪਰਟੀ ਇੰਸ਼ੋਰੈਂਸ। ਇਹਦੇ ਬਾਰੇ 'ਚ ਵੀ ਜਾਣਕਾਰੀ ਦੀ ਘਾਟ ਬੜੇ ਥਾਵਾਂ ਦੇ ਉੱਤੇ ਸਾਡੇ ਲਈ ਚੈਲੰਜਸ ਵੀ ਖੜ੍ਹੇ ਕਰਦੀ ਹੈ, ਸਾਨੂੰ ਘਾਟੇ ਵਿੱਚ ਵੀ ਲੈ ਕੇ ਜਾਂਦੀ ਹੈ, ਅਤੇ ਜੇ ਅਸੀਂ ਇਸ ਚੀਜ਼ ਬਾਰੇ ਜਾਣਕਾਰੀ ਹੋਈਏ ਬਹੁਤ ਵਾਰ ਸਾਡਾ ਬਚਾਅ ਵੀ ਕਰਦੀ ਹੈ। ਸੋ ਇਹਦੇ ਲਈ ਸਾਨੂੰ ਕਿਸੇ ਮਾਹਰ ਦੀ ਜਦੋਂ ਲੋੜ ਪੈਂਦੀ ਹੈ ਤਾਂ ਅਸੀਂ ਯਾਦ ਕਰਦੇ ਹਾਂ ਜੀ ਆਯੂਸ਼ ਖੱਤਰੀ ਹੋਣਾ ਨੂੰ। ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ। ਆਓ ਪਹਿਲਾਂ ਤਾਂ ਉਹਨਾਂ ਦਾ ਸਵਾਗਤ ਕਰੀਏ। ਆਯੂਸ਼ ਜੀ, ਸਵਾਗਤ ਤੁਹਾਡਾ ਈਵਨਿੰਗ ਸ਼ੋਅ ਦੇ ਵਿੱਚ। ਸ਼ੁਕਰੀਆ ਜਤਿੰਦਰ ਜੀ, ਐਂਡ ਥੈਂਕ ਯੂ ਸਾਰੇ ਲਿਸਨਰਸ ਦਾ ਸੁਣਨ ਲਈ ਆ ਸ਼ੋਅ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੈਨੂੰ ਇੰਨਾ ਵੱਡਾ ਪਲੇਟਫਾਰਮ ਦੇਣ ਲਈ, ਤਾਂ ਕਿ ਮੈਂ ਤੁਹਾਡੇ ਨਾਲ ਸਾਰੇ ਲਿਸਨਰ ਨਾਲ ਗੱਲ ਕਰ ਸਕਾਂ, ਉਹਨਾਂ ਨੂੰ ਦੱਸ ਸਕਾਂ ਥੋੜ੍ਹਾ ਬਹੁਤ ਜਿੰਨਾ ਮੈਨੂੰ ਪਤਾ ਇਸ ਬਾਰੇ। ਸੋ ਆਯੂਸ਼ ਜੀ, ਜਦੋਂ ਪਿਛਲੀ ਵਾਰ ਆਏ ਸੀਗੇ, ਤੁਹਾਨੂੰ ਯਾਦ ਹੋਣਾ ਆਪਣੇ ਦੋਸਤੋ ਵੀ ਕਾਫੀ ਸਾਰੀਆਂ ਕੰਮ ਦੀਆਂ ਗੱਲਾਂ, ਅਤੇ ਆਪਣਾ ਸ਼ੋਅ ਮੇਰੇ ਖਿਆਲ 'ਚ ਉਸ ਦਿਨ ਸਮਾਂ ਘੱਟ ਪੈ ਗਿਆ ਸੀਗਾ, ਗੱਲਾਂ ਪੂਰੀਆਂ ਨਹੀਂ ਸੀ ਹੋ ਸਕੀਆਂ, ਅਤੇ ਆਪਾਂ ਉਸੇ ਦਿਨ ਇਹਨਾਂ ਤੋਂ ਵਾਅਦਾ ਲੈ ਲਿਆ ਸੀ ਕਿ ਅਸੀਂ ਫਿਰ ਤੁਹਾਨੂੰ ਦੁਬਾਰਾ ਬੁਲਾਵਾਂਗੇ, ਬਾਕੀ ਦੀਆਂ ਗੱਲਾਂ ਰਹਿੰਦੀਆਂ ਆਪਾਂ ਫਿਰ ਕਰਾਂਗੇ। ਜੀ ਬਿਲਕੁਲ। ਮੈਨੂੰ ਲੱਗਦਾ ਪਿਛਲੀ ਵਾਰੀ ਕਿੰਨੇ ਇੱਦਾਂ ਦੇ ਟੌਪਿਕ ਸੀਗੇ ਜਿਹੜੇ ਅਸੀਂ ਟੱਚ ਨਹੀਂ ਕਰ ਪਾਏ, ਖਾਸ ਕਰ ਪ੍ਰੋਪਰਟੀ ਵੱਲ, ਹੋਮ ਇੰਸ਼ੋਰੈਂਸ ਵੱਲ। ਬਿਲਕੁਲ। ਤਾਂ ਇਸ ਵਾਰੀ ਮੌਕਾ ਮਿਲਿਆ ਤਾਂ ਬਿਲਕੁਲ ਸ਼ੁਕਰੀਆ ਵੰਸ ਅਗੇਨ ਮੈਨੂੰ ਬੁਲਾਉਣ ਲਈ। ਸੋ ਅੱਜ ਵੀ ਜਿਹੜੇ ਇੱਕ ਦੋ ਕੁਐਸਚਨ ਪਹਿਲਾਂ ਮੈਂ ਵੈਸੇ ਆਟੋ ਇੰਸ਼ੋਰੈਂਸ ਦੇ ਲਊਂਗਾ ਜੀ, ਕਿਉਂਕਿ 2-3 ਦਿਨ ਪਹਿਲਾਂ ਆਪਣੇ ਸ਼ੋਅ ਦੇ ਵਿੱਚ ਹੀ ਇੱਕ ਗੱਲ ਹੋ ਰਹੀ ਸੀਗੀ, ਜਦੋਂ ਆਪਾਂ 2 ਵੀਲਰਸ ਦੇ ਬਾਰੇ 'ਚ ਗੱਲ ਕਰ ਰਹੇ ਸੀਗੇ। ਦੁਪਹਿਰ ਦਾ ਸ਼ੋਅ ਮੈਂ ਜਿੱਦਾਂ ਰਿਸ਼ੀ ਨਾਗਰ ਜੀ ਦਾ ਕੀਤਾ, ਉਹਦੇ ਵਿੱਚ ਇੱਕ ਆਪਣੇ ਲਿਸਨਰ ਨੇ, ਇੱਕ ਕਾਲਰ ਨੇ ਜਿਹੜੀ ਹੈਗੀ ਆਪਣੀ ਇੱਕ ਘਟਨਾ ਸਾਂਝੀ ਕੀਤੀ ਸੀ। ਉਹਦੇ ਬਾਰੇ 'ਚ ਮੈਂ ਕਲੈਰੀਫਿਕੇਸ਼ਨ ਲੈਣੀ ਹੈ, ਅਤੇ ਫਿਰ ਆਪਾਂ ਜਿਹੜੀ ਬਾਕੀ ਸਾਡੀ ਗੱਲਬਾਤ ਹੈ ਜੀ ਅੱਜ ਉਹ ਪ੍ਰੋਪਰਟੀ ਅਤੇ ਹੋਮ ਇੰਸ਼ੋਰੈਂਸ ਦੇ ਉੱਤੇ ਕੰਸਨਟਰੇਟ ਕਰੂਗੀ। ਤੁਹਾਡੇ ਜੇ ਕੋਈ ਸਵਾਲ ਹੋਣ ਤਾਂ ਤੁਸੀਂ ਟੈਕਸਟ ਦੇ ਰਾਹੀਂ 905-790-5555 'ਤੇ ਮੇਰੇ ਤੱਕ ਪਹੁੰਚਦੇ ਕਰ ਸਕਦੇ ਹੋ ਜੀ, ਅਤੇ ਨਾਲੋਂ ਨਾਲ ਆਪਾਂ ਆਯੂਸ਼ ਜੀ ਤੋਂ ਉਹਨਾਂ ਦੇ ਜਵਾਬ ਜਿਹੜੇ ਹੈਗੇ ਆ ਉਹ ਲੈਂਦੇ ਰਹਾਂਗੇ। ਆਓ ਆਪਾਂ ਪਹਿਲਾਂ ਸ਼ੁਰੂਆਤ ਕਰਦੇ ਹਾਂ। ਆਯੂਸ਼ ਜੀ, ਆਪਾਂ ਕਾਰ ਜੈਕਿੰਗ ਅਤੇ ਕਾਰ ਥੈਫਟ ਦੇ ਉੱਤੇ ਵੀ ਗੱਲ ਕਰਾਂਗੇ। ਪਹਿਲਾਂ ਮੈਂ ਸਿੱਧਾ ਇੱਕ ਇੰਸੀਡੈਂਟ ਦੇ ਉੱਤੇ ਆਉਣਾ, ਕਿਉਂਕਿ ਮੈਂ ਫਿਰ ਭੁੱਲ ਨਾ ਜਾਵਾਂ। ਸਾਡੇ ਥੋੜ੍ਹੇ ਦਿਨ ਪਹਿਲਾਂ ਅਸੀਂ ਇੱਕ ਗੱਲ ਕਰ ਰਹੇ ਸੀਗੇ ਕਿ ਜਿਹੜੇ ਮੋਟਰਸਾਈਕਲ ਚਲਾਉਣ ਵਾਲੇ ਆ ਉਹਨਾਂ ਦਾ ਸੜਕ ਦੇ ਉੱਤੇ ਬਿਹੇਵੀਅਰ ਕਿਸ ਤਰ੍ਹਾਂ ਦਾ ਹੈਗਾ, ਉਸ ਨੂੰ ਲੈ ਕੇ ਅਸੀਂ ਇੱਕ ਸ਼ੋਅ ਕੀਤਾ ਸੀ। ਤਾਂ ਇੱਕ ਕਾਲਰ ਨੇ ਆਪਣੀ ਘਟਨਾ ਸਾਂਝੀ ਕੀਤੀ। ਉਹਨਾਂ ਨੇ ਇੱਕ ਬੜੀ ਮਹਿੰਗੀ ਕਾਰ ਬਹੁਤ ਥੋੜ੍ਹਾ ਸਮਾਂ ਪਹਿਲਾਂ ਲੀਜ਼ 'ਤੇ ਕਿਸੇ ਕੰਪਨੀ ਤੋਂ ਲਈ ਸੀ, ਅਤੇ ਉਸ ਤੋਂ ਬਾਅਦ ਉਹ ਇੱਕ ਦਿਨ ਰੈਂਪ ਦੇ ਉੱਤੇ ਸੀਗੇ, ਹਾਈਵੇ ਦੇ ਉੱਤੇ ਚੜ੍ਹ ਰਹੇ ਸੀ ਜਾਂ ਉਤਰ ਰਹੇ ਸੀ। ਰੈਂਪ ਦੇ ਉੱਤੇ ਸੀਗੇ, ਸਲੋ ਸਪੀਡ 'ਤੇ ਹੀ ਸੀਗੇ, ਜਿੰਨੀ ਕੁ ਉੱਥੇ 40 ਕੁ ਦੀ ਸਪੀਡ ਹੁੰਦੀ ਆ ਨੋਰਮਲੀ। ਉਹਨਾਂ ਦੇ ਕੋਲ ਦੀ ਇੱਕ ਮੋਟਰਸਾਈਕਲ ਵਾਲਾ ਬਹੁਤ ਜ਼ਿਆਦਾ ਸਪੀਡ ਦੇ ਨਾਲ, ਜਿਵੇਂ ਨੋਰਮਲੀ ਆਪਾਂ ਦੇਖਦੇ ਹਾਂ ਰੋਡਸ ਦੇ ਉੱਪਰ, ਬਹੁਤ ਜ਼ਿਆਦਾ ਸਪੀਡ ਨਾਲ ਲੰਘਿਆ। ਉਹਨਾਂ ਨੂੰ ਲੱਗਿਆ ਵੀ ਕਿਤੇ ਮੇਰੇ ਨਾਲ ਟਕਰਾ ਨਾ ਜਾਵੇ। ਬਚਾਓ ਦੇ ਚੱਕਰ ਦੇ ਵਿੱਚ ਉਹਨਾਂ ਨੇ ਸਟੀਅਰਿੰਗ ਉਹਨਾਂ ਤੋਂ ਇਸ ਤਰ੍ਹਾਂ ਨਾਲ ਘੁੰਮ ਗਿਆ ਕਿ ਉਹ ਗੱਡੀ ਜਿਹੜੀ ਆ ਉਹ ਸਾਈਡ ਦੇ ਉੱਤੇ ਰੇਲਿੰਗ ਦੇ ਵਿੱਚ ਜਾ ਕੇ ਵੱਜੀ। ਨੁਕਸਾਨ ਹੋਇਆ। ਜਦੋਂ ਉਹਨਾਂ ਨੇ ਇੰਸ਼ੋਰੈਂਸ ਨੂੰ ਅਪਰੋਚ ਕੀਤਾ, ਉਹਨਾਂ ਨੂੰ ਕੁਛ ਨਹੀਂ ਮਿਲਿਆ। ਉਹ ਕਹਿੰਦੇ ਜੀ ਤੁਹਾਡਾ ਕਿਸੇ ਨਾਲ ਟੱਕਰ ਨਹੀਂ ਹੋਈ, ਤੁਹਾਡਾ ਕੋਈ ਐਕਸੀਡੈਂਟ ਨਹੀਂ ਹੋਇਆ, ਤੁਹਾਨੂੰ ਕੁਛ ਨਹੀਂ ਮਿਲ ਸਕਦਾ। ਉਹ ਕਹਿੰਦੇ ਮੇਰੀ ਗੱਡੀ ਦਾ 15,000 ਦਾ ਨੁਕਸਾਨ ਹੋਇਆ। ਸੋ ਇਸ ਕੇਸ ਦੇ ਵਿੱਚ ਜਾਂ ਇਸ ਤਰ੍ਹਾਂ ਦੇ ਹੋਰ ਕਿਸੇ ਕੇਸ ਦੇ ਵਿੱਚ ਜਿਹਦੇ ਵਿੱਚ ਐਕਸੀਡੈਂਟ ਹੋਇਆ ਵੀ ਹੈ ਅਤੇ ਹੋਇਆ ਵੀ ਨਹੀਂ, ਬੰਦਾ ਕੀ ਕਰੇ? ਭਾਜੀ ਦੇਖੋ, ਜਿੱਥੇ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਨਾ,
ਇੱਕ ਟਰਮ ਹੁੰਦਾ ਹੈ ਹਿਟਿੰਗ ਸਟੇਸ਼ਨਰੀ ਆਬਜੈਕਟ। ਆ ਜਿਹੜਾ ਕਲੇਮ ਹੁੰਦਾ ਨਾ, ਆ ਕਲਾਸੀਕਲੀ ਉਹਦੇ ਅੰਡਰ ਆਂਦਾ ਹਿਟਿੰਗ ਸਟੇਸ਼ਨਰੀ ਆਬਜੈਕਟ। ਹੁਣ ਤੁਸੀਂ ਜਿਹੜਾ ਐਗਜ਼ਾਮਪਲ ਦੱਸਿਆ, ਤੁਸੀਂ ਆਹੀ ਸਮਝੋ, ਫਰਜ਼ ਕਰੋ ਜੇ ਉਹਨਾਂ ਨੇ ਕੋਈ ਲਾਈਟ ਦੇ ਪੋਲ 'ਚ ਮਾਰ ਦੇਣੀ ਸੀ ਗੱਡੀ, ਫੋਰ ਐਗਜ਼ਾਮਪਲ ਸਟੇਸ਼ਨਰੀ ਆਬਜੈਕਟ ਹੀ ਹੈ, ਕਰੈਕਟ। ਤੁਸੀਂ ਗਰਾਜ 'ਚੋਂ ਬਾਹਰ ਨਿਕਲ ਰਹੇ, ਤੁਸੀਂ ਆਪਣੀ ਦੀਵਾਰ 'ਚ ਕੰਨ 'ਚ ਬਾਈ ਮਿਸਟੇਕ ਮਾਰਤੀ, ਹਿਟਿੰਗ ਸਟੇਸ਼ਨਰੀ ਆਬਜੈਕਟ। ਇਹਦਾ ਕਲੇਮ 100% ਮਿਲਦਾ। ਗਲਤੀ ਡਰਾਈਵਰ ਦੀ ਮੰਨੀ ਜਾਂਦੀ ਹੈ, ਨੋ ਡਾਊਟ, ਨੋਟ ਐਟ ਫਾਲਟ ਨਹੀਂ ਹੁੰਦਾ, ਐਟ ਫਾਲਟ ਤੇ ਕੈਟੇਗਰੀ 'ਚ ਆਉਂਦਾ, ਲੇਕਿਨ 100% ਕਲੇਮ ਮਿਲਣਾ ਚਾਹੀਦਾ। ਠੀਕ ਹੈ। ਜੇ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਕਲੇਮ ਨਹੀਂ ਮਿਲਿਆ, ਦੇ ਸ਼ੁੱਡ ਆਸਕ ਦੀ ਐਡਜਸਟਰ ਕਿ ਕਿਸ ਕਾਰਨ ਤੋਂ ਉਹਨਾਂ ਨੂੰ ਕਲੇਮ ਨਹੀਂ ਦਿੱਤਾ ਗਿਆ। ਤਾਂ ਫਿਰ ਵੀ ਜੇ ਕਲੇਮ ਕਲੋਜ਼ ਹੋ ਗਿਆ, ਉਹ ਸੈਟਿਸਫਾਈਡ ਨਹੀਂ ਹੈ ਕਿਉਂਕਿ ਉਹਨਾਂ ਨੂੰ ਕੁਝ ਵੀ ਨਹੀਂ ਮਿਲਿਆ, ਉਹ ਬਿਲਕੁਲ ਇੱਕ ਹਾਇਰ ਅਥਾਰਟੀ ਵੱਲ ਵੀ ਜਾ ਸਕਦੇ ਹੈ ਐਂਡ ਇਸ ਚੀਜ਼ ਨੂੰ ਥੋੜ੍ਹਾ ਜਿਹਾ ਐਸਕੇਲੇਟ ਵੀ ਕਰ ਸਕਦੇ। ਇੱਦਾਂ ਨਹੀਂ ਹੈ ਕਿ ਜੇ ਇੰਸ਼ੋਰੈਂਸ ਕੰਪਨੀ ਨੇ ਦਰਵਾਜ਼ੇ ਬੰਦ ਕਰਤੇ ਤਾਂ ਹੋਰ ਕੋਈ ਦਰਵਾਜ਼ੇ ਨਹੀਂ ਖੁੱਲ੍ਹਣਾ ਜੀ ਤੁਹਾਡੇ ਲਈ। ਉਹ ਹਾਇਰ ਅਥਾਰਟੀ ਕੌਣ ਹੁੰਦੇ ਆ ਜੀ? ਇੰਸ਼ੋਰੈਂਸ ਕੰਪਨੀ ਦੀ ਹਾਇਰ ਅਥਾਰਟੀ ਇੱਕੋ ਹੀ ਹੁੰਦੀ ਹੈ, ਉਹਨੂੰ ਕਹਿੰਦੇ ਓਮਬਡਸਮੈਨ। ਉਹਦੀ ਮੈਂ ਆਈ ਨੋ ਵਰਡ ਥੋੜ੍ਹਾ ਜਿਹਾ ਅਜੀਬ ਹੈ ਤਾਂ ਮੈਂ ਸਪੈਲਿੰਗ ਵੀ ਇੱਕ ਵਾਰੀ ਦੱਸ ਦਊਂਗਾ, OMBUDSMAN, ਓਮਬਡਸਮੈਨ। ਹਾਂਜੀ। ਜੇ ਇੰਸ਼ੋਰੈਂਸ ਕੰਪਨੀ ਤੁਹਾਨੂੰ ਐਵਰ ਲੱਗਦਾ ਕਿ ਜੀ ਤੁਹਾਡੇ ਨਾਲ ਸਹੀ ਨਹੀਂ ਹੋਇਆ ਜਾਂ ਪ੍ਰੋਪਰਲੀ ਡੀਲ ਨਹੀਂ ਕੀਤਾ ਗਿਆ, ਜਿੱਦਾਂ ਤੁਸੀਂ ਗੱਲ ਕੀਤੀ ਜਿਨ੍ਹਾਂ ਦੀ ਕਿ ਉਹਨਾਂ ਨੂੰ ਬਿਲਕੁਲ ਵੀ ਇੱਕ ਪੈਸਾ ਵੀ ਨਹੀਂ ਮਿਲਿਆ, ਹੀ ਸ਼ੁੱਡ ਰੀਚ ਆਊਟ ਟੂ ਦੀ ਓਮਬਡਸਮੈਨ। ਓਮਬਡਸਮੈਨ ਕੋਲ ਜਾਣਾ ਚਾਹੀਦਾ, ਉਹਨਾਂ ਨੂੰ ਪੁੱਛਣਾ ਚਾਹੀਦਾ, ਪੂਰਾ ਕੇਸ ਈਮੇਲ ਕਰਨਾ ਚਾਹੀਦਾ, ਦੱਸਣਾ ਚਾਹੀਦਾ ਕਿ ਆ ਸਿਨਾਰੀਓ ਹੋਇਆ ਸੀ, ਆਈ ਅਗਰੀ ਇਟ ਇਜ਼ ਮਾਈ ਫਾਲਟ, ਲੇਕਿਨ ਇੱਕ ਧੇਲਾ ਵੀ ਨਹੀਂ ਦਿੱਤਾ ਗਿਆ। ਕਿਸ ਖੁਸ਼ੀ 'ਚ? ਇਹਦੇ ਵਿੱਚ ਇੱਕ ਤੁਹਾਡੀ ਗੱਲ ਕਰਦੇ ਕਰਦੇ ਮੇਰੇ ਦਿਮਾਗ 'ਚ ਇੱਕ ਕੁਐਸਚਨ ਆ ਗਿਆ ਵੀ ਅੱਜ ਕੱਲ੍ਹ ਆਪਾਂ ਜਿਵੇਂ ਮੈਂ ਵੀ ਆਪਣੀ ਗੱਡੀ ਚਲਾਇਆ ਹੋਇਆ, $70 ਦਾ ਜਿਹੜਾ ਹੈਗਾ ਨੋਰਮਲੀ ਕੈਮ ਆ ਜਾਂਦਾ, ਡੈਸ਼ ਕੈਮ ਆ ਜਾਂਦਾ। ਜੇ ਮੰਨ ਲਓ ਗੱਡੀ ਦੇ ਵਿੱਚ ਡੈਸ਼ ਕੈਮ ਲੱਗਿਆ ਹੋਇਆ, ਇਸ ਤਰ੍ਹਾਂ ਦਾ ਘਟਨਾ ਵਾਪਰੀ, ਕਿਸੇ ਹੋਰ ਦੀ ਗਲਤੀ ਕਰਕੇ ਅਸੀਂ ਇੱਕ ਸਟੇਸ਼ਨਰੀ ਆਬਜੈਕਟ ਦੇ ਵਿੱਚ ਵੱਜ ਗਏ ਹਾਂ, ਫਿਰ ਉੱਥੇ ਸਾਡੇ ਚਾਂਸਿਸ ਕਿੰਨੇ ਕੁ ਹੁੰਦੇ ਆ ਕਿ ਸਾਨੂੰ ਕਲੇਮ ਪੂਰਾ ਮਿਲੇਗਾ ਤੇ ਸਾਡੀ ਗਲਤੀ ਨਹੀਂ ਮੰਨੀ ਜਾਏਗੀ? ਦੇਖੋ, ਡੈਸ਼ ਕੈਮ ਐਵੀਡੈਂਸ ਜਿੱਥੇ ਤੱਕ ਮੈਨੂੰ ਵੀ ਪਤਾ ਹੈ, ਆਫ ਲੇਟ ਮੈਨੂੰ ਇੱਕ ਲਾਇਰ ਵੀ ਦੱਸ ਰਹੇ ਸੀ ਕਿ ਡੈਸ਼ ਕੈਮ ਐਵੀਡੈਂਸ ਅਸੀਂ ਕੋਰਟ 'ਚ ਪ੍ਰੈਜ਼ੈਂਟ ਨਹੀਂ ਕਰ ਪਾਉਂਦੇ। ਬਟ ਹੈਵਿੰਗ ਸੈਡ ਦੈਟ, ਡੈਸ਼ ਕੈਮ ਐਵੀਡੈਂਸ ਇਨਫ ਹੁੰਦਾ ਹੈ ਕਿ ਅਸੀਂ ਐਟਲੀਸਟ ਐਡਜਸਟਰ ਨੂੰ ਦਿਖਾ ਕੇ ਤਾਂ ਪੁਲਿਸ ਨੂੰ ਦਿਖਾ ਕੇ ਐਟਲੀਸਟ ਇੱਕ ਰਿਪੋਰਟ ਜਦੋਂ ਚੱਜ ਦੀ ਬਣਦੀ ਹੈ ਨਾ, ਕਿਉਂਕਿ ਜਦੋਂ ਵੀ ਕਲੇਮ ਹੁੰਦਾ ਹੈ ਐਡਜਸਟਰ ਤਾਂ ਉੱਥੇ ਹੈ ਨਹੀਂ। ਐਡਜਸਟਰ ਤੁਹਾਡੀ ਗੱਲ ਨਾਲੋਂ ਇੱਕੋ ਹੀ ਚੀਜ਼ ਮੰਗਦਾ, ਉਹ ਕਹਿੰਦਾ ਪੁਲਿਸ ਰਿਪੋਰਟ ਮੈਨੂੰ ਨੰਬਰ ਦਿਓ। ਪੁਲਿਸ ਰਿਪੋਰਟ ਜਦੋਂ ਤੁਸੀਂ ਪੁਲਿਸ ਕੋਲ ਜਾਓਗੇ, ਇਫ ਯੂ ਹੈਵ ਦਿਸ ਐਵੀਡੈਂਸ, ਆ ਡੈਸ਼ ਕੈਮ ਦਾ ਐਵੀਡੈਂਸ ਹੈਗਾ, ਪੁਲਿਸ ਵਾਲੇ ਦੇਖ ਕਰ ਸਮਝ ਜਾਓਗੇ ਕਿ ਓਕੇ ਇਹਨਾਂ ਦੀ ਗਲਤੀ ਨਹੀਂ ਸੀ, ਕੋਈ ਹੋਰ ਕੱਟ ਕੇ ਗਿਆ ਇਹਨਾਂ ਨੂੰ, ਇਹਨਾਂ ਨੇ ਤਾਂ ਉਹਦਾ ਬਚਾਅ ਕਰਨ ਲਈ ਇਨਫੈਕਟ ਗੱਡੀ ਦਾ ਆਪਣਾ ਨੁਕਸਾਨ ਕਰਤਾ। ਤਾਂ ਜੇ ਪੁਲਿਸ ਇੱਦਾਂ ਰਿਪੋਰਟ ਲਿਖਦਾ ਤਾਂ ਉਹਨਾਂ ਦਾ ਬਹੁਤ ਫਾਇਦਾ ਹੋ ਜਾਣਾ ਸੀ। ਤਾਂ ਯੂ ਆਰ ਐਬਸੋਲਿਊਟਲੀ ਰਾਈਟ, $70-80 ਦੀ ਚੀਜ਼ ਹੈ, ਲੇਕਿਨ 100% ਪੂਰੇ ਵੈਲਿਊ ਦੀ। ਮੈਂ ਤਾਂ ਕਹੂੰਗਾ ਰੇਅਰ ਡੈਸ਼ ਕੈਮ ਵੀ ਲਾ ਲੈਣਾ ਚਾਹੀਦਾ, ਨਾਲੋਂ ਨਾਲ 50-60 ਹੋਰ ਵੱਧ ਖਰਚ ਕੇ ਰੇਅਰ ਡੈਸ਼ ਕੈਮ ਵੀ ਲਾ ਲਓ, ਬਹੁਤ ਜ਼ਿਆਦਾ ਫਾਇਦੇ ਦੀ ਚੀਜ਼ ਆ ਜੀ। ਦੋਸਤਾਂ ਦੇ ਕੁਝ ਸਵਾਲ ਆ ਰਹੇ ਨੇ ਜੀ, ਨਾਲ ਦੀ ਨਾਲ ਆਪਾਂ ਇਹ ਵੀ ਲੈਂਦੇ ਚੱਲੀਏ ਕਿਉਂਕਿ ਮੇਰੇ ਸ਼ੋਅ ਦੇ ਵਿੱਚ ਹਮੇਸ਼ਾ ਤੁਹਾਨੂੰ ਪਤਾ ਪਹਿਲ ਜਿਹੜੀ ਆ ਉਹ ਮੇਰੇ ਲਿਸਨਰਸ ਦੀ ਹੁੰਦੀ ਹੈ ਜੀ, ਤੇ ਜਿਹੜੇ ਸਵਾਲ ਆਉਂਦੇ ਰਹਿਣਗੇ ਆਪਾਂ ਨਾਲੋਂ ਨਾਲ ਸ਼ਾਮਲ ਕਰਦੇ ਰਹਿਣਾ ਤਾਂ ਕਿ ਐਂਡ ਤੇ ਆਪਾਂ ਨੂੰ ਮਾਫੀ ਨਾ ਮੰਗਣੀ ਪਵੇ। ਗੈਰੀ ਹੁਣਾਂ ਦਾ ਸਵਾਲ ਹੈ ਜੀ, ਉਹ ਕਹਿੰਦੇ ਮੈਂ ਲਾਸਟ ਟਾਈਮ ਵੀ ਮਿਸ ਕਰ ਗਿਆ ਸੀ, ਹੁਣ ਉਹ ਫਿਰ ਉਹਨਾਂ ਨੇ ਸਵਾਲ ਭੇਜਿਆ, ਕਹਿੰਦੇ ਹਾਊ ਡੂ ਵੀ ਨੋ ਹਾਊ ਲੌਂਗ ਵੇਵਰ ਡੈਪਰੀਸੀਏਸ਼ਨ ਇਜ਼ ਫॉर ਮਾਈ ਕਾਰ? ਦੇਖੋ, ਹਰ ਕੰਪਨੀ, ਮੈਂ ਪਿਛਲੀ ਵਾਰੀ ਵੀ ਮੈਂ ਕਿਹਾ ਸੀ, ਕੰਪਨੀਜ਼ ਅਲੱਗ-ਅਲੱਗ ਵੇਵਰ ਦਿੰਦੀ ਹੈ। ਸਾਡੀ ਕੰਪਨੀ, ਜਿਹੜਾ ਮੈਂ ਕੰਪਨੀ ਲਈ ਕੰਮ ਕਰਦਾ, ਆਲ ਸਟੇਟ ਇੰਸ਼ੋਰੈਂਸ, ਉਹ ਦਿੰਦੀ ਹੈ 3 ਸਾਲਾਂ ਲਈ। ਕਈ ਕੰਪਨੀਜ਼ ਹੈ 4 ਸਾਲਾਂ ਲਈ ਦਿੰਦੀ ਹੈ, ਤਾਂ ਕਈ ਕੰਪਨੀ ਜਿੱਦਾਂ ਡੇਜ਼ਾਰਡਨ ਹੋ ਗਈ, ਉਹ 5 ਸਾਲ ਤੱਕ ਵੀ ਦਿੰਦੀ ਹੈ। ਓਕੇ, ਹਰ ਕੰਪਨੀ ਅਲੱਗ-ਅਲੱਗ ਲਿਮਿਟ ਲਈ ਦਿੰਦੀ ਹੈ। 3 ਸਾਲ ਤਾਂ ਮੇਰੇ ਹਿਸਾਬ ਨਾਲ ਸਟੈਂਡਰਡ ਹੈ। ਮੈਂ 3 ਸਾਲ ਤੋਂ ਹੇਠਾਂ ਤਾਂ ਮੈਂ ਕੋਈ ਕੰਪਨੀ ਦਾ ਨਹੀਂ ਸੁਣਿਆ, ਲੇਕਿਨ ਹਰ ਸਾਲ ਉਹਦਾ ਪ੍ਰੀਮੀਅਮ ਰਿਵਾਈਜ਼ ਹੁੰਦਾ ਜਾਂਦਾ ਹੈ, ਕਿਉਂਕਿ ਜਿਸ ਤਰ੍ਹਾਂ ਗੱਡੀ ਪੁਰਾਣੀ ਹੋ ਰਹੀ ਹੈ, ਡਿਪਰੀਸੀਏਸ਼ਨ ਓਨਾ ਹੀ ਵੱਧ ਰਿਹਾ, ਤਾਂ ਉਹਨੂੰ ਕਾਊਂਟਰ ਐਕਟ ਕਰਨ ਲਈ ਉਹ ਐਂਡੋਰਸਮੈਂਟ ਦੀ ਜਿਹੜੀ ਕੀਮਤ ਹੈ ਉਹ ਵੱਧਦੀ ਜਾਊਗੀ, ਲੇਕਿਨ ਤੁਸੀਂ ਪ੍ਰੋਟੈਕਟਡ ਹੈ। ਇੱਕ ਆਪਾਂ ਬੜਾ ਇੱਥੋਂ ਦੀ ਆਪਣੀ ਜਿਹੜੀ ਪ੍ਰੋਬਲਮ ਹੈਗੀ ਆ ਜੀ, ਦੁਬਾਰਾ ਫੇਰ ਉਜਾਗਰ ਹੋ ਰਹੀ ਆ ਆਯੂਸ਼ ਜੀ। ਪਿਛਲੇ ਦਿਨਾਂ ਦੇ ਵਿੱਚ ਥੋੜ੍ਹੀ ਜਿਹੀ ਨੱਥ ਪਈ ਸੀ ਇਸ ਚੀਜ਼ ਨੂੰ, ਕਾਰ ਜੈਕਿੰਗ ਤੇ ਕਾਰ ਥੈਫਟ। ਸ਼ਾਇਦ ਇਹਦਾ ਮੌਸਮ ਦੇ ਨਾਲ ਕੁਝ ਲੈਣਾ ਦੇਣਾ ਹੈਗਾ। ਹੁਣ ਜਿਵੇਂ ਸਰਦੀਆਂ ਨੇੜ ਨੂੰ ਆ ਰਹੀਆਂ, ਇਹ ਫਿਰ ਦੁਬਾਰਾ ਵੱਧਦਾ ਜਾ ਰਿਹਾ ਹੈਗਾ। ਪਿਛਲੀ ਵਾਰ ਤੁਸੀਂ ਥੋੜ੍ਹੇ ਜਿਹੇ ਟਿਪਸ ਐਂਡ ਟ੍ਰਿਕਸ ਇਹਦੇ 'ਤੇ ਕੁਝ ਸਾਂਝੇ ਕੀਤੇ ਸੀਗੇ। ਮੈਨੂੰ ਪਤਾ ਕਾਰ ਥੈਫਟ ਇੱਕ ਵੱਖਰਾ ਵਿਸ਼ਾ ਹੈਗਾ, ਤੁਹਾਡੇ ਸੁੱਤੇ ਹੋਇਆਂ ਤੁਹਾਡੇ ਡਰਾਈਵੇ ਤੋਂ ਕੋਈ ਕਾਰ ਚੱਕ ਕੇ ਲੈ ਗਿਆ, ਅਤੇ ਕਾਰ ਜੈਕਿੰਗ ਤੁਹਾਡੇ ਹੱਥ 'ਚੋਂ ਖੋਹ ਕੇ ਲੈ ਕੇ ਜਾਂਦਾ ਅਗਲਾ। ਕੀ ਸੁਜੈਸਟ ਕਰੋਗੇ ਲੋਕ ਕਿਵੇਂ ਸੇਫ ਰਹਿ ਸਕਦੇ ਆ, ਕਿਉਂਕਿ ਤੁਹਾਡੇ ਨਾਲ ਤਾਂ ਤੁਸੀਂ ਇਹਨਾਂ ਦੇ ਡੀਲ ਕਰਦੇ ਰਹਿੰਦੇ ਹੋ ਅਤੇ ਫਿਰ ਆਈਡੀਆ ਵੀ ਆਉਂਦੇ ਹੋਣਗੇ। ਬਿਲਕੁਲ ਬਿਲਕੁਲ। ਦੇਖੋ, ਕਾਰ ਥੈਫਟ ਬਾਰੇ ਅਸੀਂ ਪਿਛਲੀ ਵਾਰੀ ਗੱਲ ਕੀਤੀ ਸੀ ਕਿ ਇੰਸ਼ੋਰੈਂਸ ਵਿੱਚ ਕੀ ਹੋਣਾ ਚਾਹੀਦਾ। ਜਿੱਦਾਂ ਹੁਣੇ ਇੱਕ ਲਿਸਨਰ ਨੇ ਤੁਹਾਨੂੰ ਪੁੱਛਿਆ ਸੀ ਕਿ ਡਿਪਰੀਸੀਏਸ਼ਨ ਵੇਵਰ ਬਾਰੇ, ਆਹ ਤਾਂ ਚੀਜ਼ਾਂ ਹੋ ਗਿਆ ਜਿਹੜੀ ਤੁਸੀਂ ਇੰਸ਼ੋਰੈਂਸ ਪੋਲਿਸੀ 'ਚ ਐਡ ਕਰ ਸਕਦੇ। ਤਾਂ ਜਿੱਥੇ ਤੱਕ ਰਹੀ ਗੱਲ ਕਿ ਤੁਸੀਂ ਆਪਣੇ ਵੱਲੋਂ ਕੀ ਸੇਫਟੀ ਪ੍ਰੀਕਾਸ਼ਨਸ ਲੈ ਸਕਦੇ ਹੋ। ਹੁਣ ਕਈ ਗੱਡੀਆਂ ਇੱਦਾਂ ਦੀਆਂ ਹੈ ਜੋ ਕਿ
ਟੌਪ ਲਿਸਟ ਆਫ ਮਤਲਬ ਮੋਸਟ ਸਟੋਲਨ ਵਹੀਕਲਸ ਚ ਜੀ ਹੈ, ਹਾਂ। ਜਿੱਦਾਂ ਲੈਕਸਸ ਦੀ ਗੱਡੀਆਂ ਹੋ ਜੀ। ਗਈਆਂ, ਹੋਂਡਾ ਦੀ ਕਈ ਗੱਡੀਆਂ ਹੋ ਗਈਆਂ, ਟੋਯੋਟਾ ਦੀ ਕਈ ਗੱਡੀਆਂ ਹੋ ਗਈਆਂ। ਤਾਂ ਮੈਂ ਜਿੰਨਾ ਅੱਜ ਕੱਲ੍ਹ ਮੈਨੂੰ ਕੋਈ ਦੱਸ ਰਿਹਾ ਸੀ ਕਿ ਆਈ ਥਿੰਕ 150 ਜਾਂ $200 ਵਿੱਚ ਸਟੀਅਰਿੰਗ ਲੌਕ ਲੋਕਾਂ ਨੇ ਦੇਣੇ ਸ਼ੁਰੂ ਕਰਤੇ ਹੈ। ਤਾਂ ਸਟੀਅਰਿੰਗ ਲੌਕ ਲਾ ਦੋਗੇ ਤਾਂ ਮੈਨੂੰ ਯਾਦ ਹੈ ਆ ਚੀਜ਼ ਇੰਡੀਆ 'ਚ ਪਹਿਲਾਂ ਬਹੁਤ ਜ਼ਿਆਦਾ ਹੁੰਦੀ ਸੀ ਸਟੀਅਰਿੰਗ ਲੌਕ। ਹੁਣ ਆਈ ਥਿੰਕ ਜ਼ਮਾਨਾ ਇੱਥੇ ਜੇ ਮੈਂ ਸੱਚ ਇੱਦਾਂ ਦਾ ਆ ਦੱਸਾਂ, ਗਿਆ। ਮੈਂ ਵੀ ਉਹੀ ਇੱਕ ਲਿਆ ਜੀ, ਉਹ $65 ਦਾ ਆਇਆ ਸੀਗਾ ਐਮਾਜ਼ੋਨ ਤੋਂ। ਮੈਂ ਵੀ ਉਹੀ ਲਾਉਣਾ ਜਿਹੜਾ ਪੈਡਲ ਨੂੰ ਤੇ ਉਹ ਸਟੀਅਰਿੰਗ ਨੂੰ ਲੱਗਦਾ ਹੈ। ਬਿਲਕੁਲ ਬਿਲਕੁਲ ਸਹੀ ਹੈ। ਐਂਡ ਆ ਕਰਨਾ ਬਿਲਕੁਲ ਸਹੀ, ਐਬਸੋਲਿਊਟ ਰਾਈਟ ਥਿੰਗ ਟੂ ਡੂ, ਕਿਉਂਕਿ ਦੇਖੋ ਗੱਡੀ ਚੋਰੀ ਹੋ ਜਾਣਾ, ਡਿਪਰੀਸੀਏਸ਼ਨ ਵੇਵਰ ਨਾਲ ਤੁਹਾਨੂੰ ਪੈਸੇ ਵੀ ਮਿਲ ਜਾਓਗੇ, ਲੇਕਿਨ ਜਦੋਂ ਤੁਸੀਂ ਨਵੀਂ ਗੱਡੀ ਲੈਣ ਜਾਓਗੇ ਨਾ, ਅੱਜ ਕੱਲ੍ਹ ਰੇਟ ਆਫ ਇੰਟਰਸਟ ਦੇਖ ਕੇ ਅੱਛੇ ਗੱਡੀ ਗੱਡੀ ਨਹੀਂ ਲੈ ਪਾਉਂਦੇ। 8%, 9%, 10%, 7.5% ਇੱਦਾਂ। ਐਂਡ ਤੁਸੀਂ ਜਿਹੜੀ ਗੱਡੀ ਲਈ ਹੋਣੀ 2 ਸਾਲ ਪਹਿਲਾਂ, 3 ਸਾਲ ਪਹਿਲਾਂ, ਉਹ ਹੋਣੀ 2.5, 3, 4% ਤੇ। ਬਿਲਕੁਲ। ਬਾਈ ਵੀਕਲੀ ਪੇਮੈਂਟ 'ਚ ਜ਼ਮੀਨ ਅਸਮਾਨ ਦਾ ਫਰਕ ਆ ਜਾਂਦਾ। ਤਾਂ ਛੋਟੇ ਮੋਟੇ ਚੀਜ਼ਾਂ ਤੁਸੀਂ ਕਰ ਸਕਦੇ ਹੋ, ਜਿਸ ਤਰ੍ਹਾਂ ਸਟੀਅਰਿੰਗ ਲੌਕ ਲਾ ਲਿਆ ਜੀ, ਜਾਂ ਤੁਸੀਂ ਜਿੱਦਾਂ ਮੈਂ ਪਹਿਲਾਂ ਸ਼ਾਪਿੰਗ ਕੰਪਲੈਕਸਿਸ ਵਿੱਚ ਲੋਹੇ ਦੀ ਚੀਜ਼ ਹੁੰਦੀ ਸੀ, ਪਿੱਛੇ ਬਿਲਕੁਲ ਗੱਡੀ ਦੇ ਪਿੱਛੇ ਲਾ ਦਿਓ, ਤਾਂ ਕਿ ਅੰਦਰੋਂ ਜਦੋਂ ਤੱਕ ਬਟਨ ਦੱਬੋਗੇ ਨਹੀਂ, ਉਹ ਹੇਠਾਂ ਨਹੀਂ ਹੋਊਗਾ, ਗੱਡੀ ਬਾਹਰ ਨਹੀਂ ਜਾ ਸਕਦੀ, ਅੰਦਰ ਬਾਹਰ ਨਹੀਂ ਜਾ ਸਕਦੀ। ਮੈਂ ਤਾਂ ਕਹੂੰਗਾ ਸਿੰਪਲੈਸਟ ਚੀਜ਼ ਜਿਹੜੀ ਤੁਸੀਂ ਕਰ ਸਕਦੇ ਹੋ, ਬਿਨਾਂ ਆਲਸ ਫਰਮਾਏ ਗਰਾਜ 'ਚ ਗੱਡੀ ਪਾਰਕ ਕਰਨੀ ਸ਼ੁਰੂ ਕਰ ਦਿਓ। ਜੇ ਤੁਹਾਡੀ ਗੱਡੀ ਹਾਈ ਵੈਲਿਊ ਵਹੀਕਲ ਹੈ, ਖਾਸ ਕਰ 50,000 ਤੋਂ ਉੱਪਰ ਦੀ ਗੱਡੀ ਹੈ, ਬਿਲਕੁਲ ਗਰਾਜ 'ਚ ਪਾਰਕ ਕਰਨੀ ਸ਼ੁਰੂ ਕਰੋ, ਕਿਉਂਕਿ ਸਭ ਤੋਂ ਸੇਫੈਸਟ ਉਹੀ ਹੈ। ਆਈ ਨੋ ਆਲਸ 'ਚ ਕਈ ਬੰਦੇ ਡਰਾਈਵੇ ਲਾ ਦਿੰਦੇ, ਈਜ਼ ਹੁੰਦਾ, ਆਉਣਾ ਜਾਣਾ ਈਜ਼ੀ ਹੁੰਦਾ, ਗਰਾਜ 'ਚ ਸਮਾਨ ਹੁੰਦਾ, ਬਟ ਅੱਜ ਤੁਹਾਡੇ ਹਾਲ ਫਿਲਹਾਲ ਕਰੰਟ ਸਮਾਂ ਇੱਦਾਂ ਹੈ ਕਿ ਗਰਾਜ 'ਚ ਪਾਰਕ ਕਰਨੀ ਸਭ ਤੋਂ ਸੇਫ ਹੈ ਜੀ। ਯਾਸਰ ਜੀ, ਮੈਂ ਤੁਹਾਨੂੰ ਇਹਨਾਂ ਦਾ ਨੰਬਰ ਭੇਜ ਦਿੰਦਾ ਹੈਗਾ, ਕੋਈ ਗੱਲ ਨਹੀਂ, ਹੁਣ ਥੋੜ੍ਹੀ ਦੇਰ ਦੇ ਵਿੱਚ ਤੁਹਾਨੂੰ ਆ ਜਾਏਗਾ। ਕਾਰਤਿਕ ਹੁਣੀ ਪੁੱਛ ਰਹੇ ਆ ਜੀ, ਉਹ ਕਹਿੰਦੇ, ਮੇਰੇ ਖਿਆਲ 'ਚ ਇਹ ਸ਼ਾਇਦ ਆਪਣੇ ਟੌਪਿਕ ਨਾਲ ਰਿਲੇਟਡ ਨਹੀਂ ਹੈ ਮੇਰੇ ਖਿਆਲ 'ਚ ਕੁਐਸਚਨ। ਉਹ ਕਹਿੰਦੇ ਹਾਊ ਮਚ ਇਨਕਮ ਇਜ਼ ਰਿਕੁਆਇਰਡ ਫॉर ਐਨ ਇੰਡੀਵਿਜੂਅਲ ਟੂ ਗੈਟ ਐਲੀਜੀਬਲ ਫॉर ਮੌਰਟਗੇਜ। ਮੇਰੇ ਖਿਆਲ 'ਚ ਮੌਰਟਗੇਜ 'ਤੇ ਨਹੀਂ ਅਸੀਂ ਗੱਲ ਕਰ ਰਹੇ ਜੀ ਅੱਜ। ਜਿਹੜੇ ਆਯੂਸ਼ ਜੀ ਨੇ ਆਟੋ ਇੰਸ਼ੋਰੈਂਸ ਤੇ ਹੋਮ ਇੰਸ਼ੋਰੈਂਸ ਨਹੀਂ, ਜਿਹੜੀ ਆਪਣੀ ਹੋਮ ਲੋਨ ਨਹੀਂ, ਹੋਮ ਇੰਸ਼ੋਰੈਂਸ ਦੀ ਗੱਲ ਕਰ ਰਹੇ ਹਾਂ ਜੀ। ਆਪਾਂ ਆ ਰਹੇ ਹਾਂ ਜੀ ਉੱਧਰਲੇ ਪਾਸੇ ਨੂੰ। ਹਰਮੀਤ ਜੀ ਇਹ ਕਹਿੰਦੇ ਜੀ, ਸਮਵਨ ਹਿਟ ਏ ਸ਼ਾਪਿੰਗ ਕਾਰਟ ਇਨ ਅ ਪਾਰਕਿੰਗ ਲੋਟ ਐਂਡ ਦਾ ਪਰਸਨ ਹੂ ਹਿਟ ਇਟ didn't stay and there was no camera right side of my car। ਸੋ ਇਹਨਾਂ ਵਾਸਤੇ ਕਹਿੰਦੇ, ਮੇਰੇ ਵਾਸਤੇ ਕਹਿੰਦੇ ਕਿ ਜਿਹੜਾ ਹੈਗਾ ਆਪਸ਼ਨਸ ਅਵੇਲੇਬਲ ਨੇ। ਇਹਨੂੰ ਸਰ ਸਟੈਂਡਰਡ ਆ ਤਾਂ ਹਿਟ ਐਂਡ ਰਨ ਵਾਲਾ ਕੇਸ ਹੈ, ਸਟੈਂਡਰਡ ਹਿਟ ਐਂਡ ਰਨ ਹੈ, ਵੇਅਰ ਇਨ ਸ਼ਾਪਿੰਗ ਕਾਰਟ ਹੋ ਸਕਦੀ ਸੀ, ਜਾਂ ਡਾਇਰੈਕਟ ਉਹਨਾਂ ਨੇ ਆ ਕਰ ਗੱਡੀ ਨੂੰ ਮਾਰ ਕੇ ਚੱਲ ਗਏ ਉਹਨੇ। ਅਸੀਂ ਕਾਫੀ ਐਗਜ਼ਾਮਪਲਸ ਦੇਖਦੇ ਹਾਂ, ਲੋਕੀ ਵਾਲਮਾਰਟ ਗਏ ਜੀ, ਜਾਂ ਕਿਤੇ ਕੋਈ ਸ਼ਾਪਿੰਗ ਮਾਲ 'ਚ ਗਏ, ਜਿੱਦਾਂ ਵੀਕਐਂਡ 'ਤੇ ਬਹੁਤ ਰਸ਼ ਹੁੰਦਾ, ਬਹੁਤ ਜ਼ਿਆਦਾ, ਕਿਉਂਕਿ ਲੋਕਾਂ ਨੂੰ ਮਤਲਬ ਜਿੱਦਾਂ ਕਿ ਕਿਤੇ ਵੀ ਗਏ ਸ਼ਾਪਿੰਗ ਕਰਨ ਲਈ, ਤਾਂ ਜਿੱਥੇ ਪਾਰਕਿੰਗ ਮਿਲੀ ਤੁਸੀਂ ਅੰਦਰ ਪਾਤੀ ਗੱਡੀ, ਫਟਾਫਟ ਆ ਕੇ ਦੇਖਿਆ ਜੀ ਬੰਪਰ ਉਤਰਿਆ ਹੈ, ਬੰਪਰ ਨੂੰ ਕੋਈ ਮਾਰ ਗਿਆ। ਆਹ ਤਾਂ ਹਿਟ ਐਂਡ ਰਨ ਹੁੰਦੇ, ਤੁਹਾਨੂੰ ਸਿਰਫ ਡਿਡਕਟੇਬਲ ਬੇਅਰ ਕਰਨਾ ਪੈਂਦਾ, ਤਾਂ ਬਸ ਬਾਕੀ ਦਾ ਇੰਸ਼ੋਰੈਂਸ ਕੰਪਨੀ ਬੇਅਰ ਕਰਦੀ ਹੈ। ਇਹਦੇ 'ਚ ਤੁਹਾਡੀ ਗਲਤੀ ਨਹੀਂ ਹੈ, ਤਾਂ ਤੁਹਾਡੀ ਪ੍ਰੀਮੀਅਮ ਵੀ ਨਹੀਂ ਵੱਧਦਾ ਜੀ। ਤੇ ਦੋਸਤਾਂ ਦੇ ਜਿਹੜੇ ਸਵਾਲ ਹੈ ਜੀ, ਹੁਣ ਹੋਮ ਇੰਸ਼ੋਰੈਂਸ ਨੂੰ ਲੈ ਕੇ ਵੀ ਆ ਰਹੇ ਆ, ਤੇ ਆਪਣਾ ਜਿਹੜਾ ਹੈਗਾ, ਆਪਾਂ ਹੋਮ ਇੰਸ਼ੋਰੈਂਸ ਦੇ ਉੱਤੇ ਮੈਂ ਇਹਨੂੰ ਹੁਣ ਅਗਲੀ ਗੱਲਬਾਤ ਨੂੰ ਲੈ ਕੇ ਜਾਣਾ ਚਾਹੁੰਦਾ। ਹੋਮ ਇੰਸ਼ੋਰੈਂਸ ਦੇ ਪਹਿਲਾਂ ਤਾਂ ਬੇਸਿਕਸ ਤੋਂ ਆਪਾਂ, ਹੋਮ ਜਾਂ ਪ੍ਰੋਪਰਟੀ ਇੰਸ਼ੋਰੈਂਸ ਇੱਕੋ ਹੀ ਚੀਜ਼ ਹੈ ਜੀ, ਪਹਿਲੀ ਗੱਲ ਤਾਂ ਜੀ। ਬਿਲਕੁਲ ਹੋਮ ਹੋ ਗਿਆ ਜਾਂ ਪ੍ਰੋਪਰਟੀ ਇੰਸ਼ੋਰੈਂਸ ਹੋ ਗਈ, ਉਹ ਇੱਕੋ ਹੀ ਚੀਜ਼ ਹੈ। ਤੇ ਕਿਹਨੇ ਕਰਵਾਉਣੀ ਹੁੰਦੀ ਹੈ, ਕਦੋਂ ਕਰਵਾਉਣੀ ਹੁੰਦੀ ਹੈ, ਇਹਦੇ ਬਾਰੇ 'ਚ ਥੋੜ੍ਹਾ ਜਿਹਾ ਪਹਿਲਾਂ ਸਾਨੂੰ ਗਿਆਨ ਦਿਓ। ਹਰ ਬੰਦੇ ਨੂੰ ਹੋਮ ਜਾਂ ਪ੍ਰੋਪਰਟੀ ਇੰਸ਼ੋਰੈਂਸ ਕਰਾਉਣੀ ਜ਼ਰੂਰੀ ਹੈ। ਦੇਖੋ ਅਲੱਗ-ਅਲੱਗ ਟਾਈਪ ਦੀ ਇੰਸ਼ੋਰੈਂਸ ਹੁੰਦੀ ਹੈ। ਜੇ ਤਾਂ ਤੁਸੀਂ ਹੋਮ ਓਨਰ ਹੋ, ਫਿਰ ਤਾਂ ਤੁਸੀਂ ਹੋਮ ਓਨਰ ਦੀ ਪੋਲਿਸੀ ਲਓਗੇ। ਜੇ ਤਾਂ ਤੁਸੀਂ ਲੈਂਡਲੋਰਡ ਹੋ, ਤਾਂ ਫਿਰ ਤੁਸੀਂ ਸਿਰਫ ਜਿਹਨੂੰ ਕਹਿੰਦੇ ਫਾਇਰ ਇੰਸ਼ੋਰੈਂਸ ਪੋਲਿਸੀ, ਜਾਂ ਫਿਰ ਲੈਂਡਲੋਰਡਸ ਇੰਸ਼ੋਰੈਂਸ, ਕਈ ਲੋਕੀ ਆ ਵੀ ਟਰਮ ਯੂਜ਼ ਕਰਦੇ, ਉਹ ਲਓਗੇ ਤੁਸੀਂ ਆਪਣੇ ਪ੍ਰੋਪਰਟੀ ਨੂੰ ਸੇਫਗਾਰਡ ਕਰਨ ਲਈ। ਐਂਡ ਮੋਰ ਦੈਨ ਸੇਫਗਾਰਡ, ਆਈ ਥਿੰਕ ਹੁਣ ਤਾਂ ਮੌਰਟਗੇਜ ਕੰਪਨੀਜ਼ ਦੀ ਰਿਕੁਆਇਰਮੈਂਟ ਹੈ। ਤਾਂ ਅੱਜ ਕੱਲ੍ਹ ਤਾਂ ਮਤਲਬ ਕਲੋਜ਼ਿੰਗ ਹੁੰਦੀ ਨਹੀਂ ਜਦੋਂ ਤੱਕ ਇੰਸ਼ੋਰੈਂਸ ਹੈ ਨਹੀਂ, ਕਿਉਂਕਿ ਮੌਰਟਗੇਜ ਕੰਪਨੀਜ਼ ਵੀ ਆਪਣੇ ਆਪ ਨੂੰ ਸੇਫਗਾਰਡ ਕਰਨਾ ਚਾਹੁੰਦੀ ਹੈ। ਤਾਂ ਮੋਸਟ ਇੰਪੋਰਟੈਂਟਲੀ, ਜੇ ਤੁਸੀਂ ਟੈਨੈਂਟ ਵੀ ਹੋ, ਤਾਂ ਟੈਨੈਂਟ ਇੰਸ਼ੋਰੈਂਸ ਵੀ ਲੈਣ ਦੇ ਕਈ ਫਾਇਦੇ ਹੈ, ਕਿਉਂਕਿ ਜਿਸ ਤਰ੍ਹਾਂ ਤੁਹਾਡੇ ਆਪਣੇ ਕੰਟੈਂਟਸ ਹੈ ਘਰ 'ਚ, ਉਹਦੀ ਵੀ ਕੋਈ ਕੀਮਤ ਹੈ। ਕੱਲ ਘਰ ਨੂੰ ਗੋਡ ਫੋਰਬਿਡ ਅੱਗ ਲੱਗ ਜਾਏ, ਪਾਣੀ ਅੰਦਰ ਆ ਜਾਏ, ਤੁਹਾਡਾ ਸਮਾਨ ਖਰਾਬ ਹੋ ਜਾਏ, ਤੁਹਾਨੂੰ ਪੈਸਾ ਕੌਣ ਦਊਗਾ? ਬਿਕੋਜ਼ ਉਹ ਤਾਂ ਪੈਸਾ ਹੋ ਗਿਆ ਮਿੱਟੀ। ਇਸੇ ਕਾਰਨ ਟੈਨੈਂਟ ਇੰਸ਼ੋਰੈਂਸ ਲੈਣਾ। ਟੈਨੈਂਟ ਇੰਸ਼ੋਰੈਂਸ ਕੋਈ ਬਹੁਤਾ ਮਹਿੰਗੀ ਵੀ ਨਹੀਂ ਹੈ। ਤੁਸੀਂ ਜੇ ਮਤਲਬ ਜਿੱਥੇ ਇੰਨਾ ਬੰਦਾ ਖਰਚਦਾ ਹੈ ਹਾਈ ਰੈਂਟਸ ਪਿੱਛੇ,
ਤਾਂ $30-35 ਖਰਚ ਕੇ ਜੇ ਟੈਨੈਂਟ ਇੰਸ਼ੋਰੈਂਸ ਮੰਥਲੀ ਚੱਲਦੀ ਹੋਵੇ ਆ ਬਹੁਤ ਫਾਇਦੇ ਦੀ ਵੀ ਚੀਜ਼ ਹੈ। ਐਂਡ ਸੈਕੰਡਲੀ ਤੁਹਾਡਾ ਰੈਕਡ ਵੀ ਬਣਦਾ, ਤਾਂ ਕੱਲ ਜਦੋਂ ਤੁਸੀਂ ਹੋਮ ਓਨਰ ਬਣੋਗੇ ਤਾਂ ਤੁਹਾਡਾ ਪ੍ਰੀਮੀਅਮ ਆਟੋਮੈਟਿਕਲੀ ਘੱਟ ਵੀ ਆਊਗਾ ਐਜ਼ ਕੰਪੇਅਰਡ ਟੂ ਅ ਨਿਊ ਕਮਰ ਬਾਇੰਗ ਅ ਫਰਸਟ ਹੋਮ ਵਿਦ ਨੋ ਪ੍ਰਾਇਰ ਇੰਸ਼ੋਰੈਂਸ ਰੈਕਡ। ਇਹ ਬੜੀ ਇੰਟਰਸਟਿੰਗ ਚੀਜ਼ ਤੁਸੀਂ ਦੱਸੀ ਹੈ ਵੀ ਜਿਵੇਂ ਅੱਜ ਜੇ ਮੈਂ ਟੈਨੈਂਟ ਹਾਂ, ਜੇ ਅੱਜ ਮੈਂ ਆਪਣੇ ਐਜ਼ ਏ ਟੈਨੈਂਟ ਜਿਹੜਾ ਮੇਰਾ ਰੈਂਟਡ ਅਕੋਮੋਡੇਸ਼ਨ ਹੈ, ਜੇ ਮੈਂ ਉਸ ਦੀ ਇੰਸ਼ੋਰੈਂਸ ਕਰਵਾਉਣਾ ਹੈ ਤਾਂ ਜਦੋਂ ਮੇਰਾ ਆਪਣਾ ਘਰ ਹੋਏਗਾ ਉਹਦੇ 'ਚ ਮੈਨੂੰ ਇਹਦਾ ਬੈਨੀਫਿਟ ਮਿਲੇਗਾ। ਜੀ ਬਿਲਕੁਲ ਮਿਲੂਗਾ ਜੀ, ਬਿਲਕੁਲ ਮਿਲੂਗਾ, ਕਿਉਂਕਿ ਜਿਸ ਤਰ੍ਹਾਂ ਤੁਸੀਂ ਜੇ ਅੱਜ ਤੁਸੀਂ ਕ੍ਰੈਡਿਟ ਕਾਰਡ ਰੱਖਦੇ ਹੋ, ਜੇ ਤੁਸੀਂ 5 ਸਾਲ ਤੱਕ ਆਪਣਾ ਰੈਕਡ ਕਲੀਨ ਰੱਖਿਆ, ਤੁਹਾਡਾ ਕਿਸ ਤਰ੍ਹਾਂ ਕ੍ਰੈਡਿਟ ਸਕੋਰ ਉੱਪਰ ਆ ਜਾਊਗਾ। ਜੀ ਉਹੀ ਹਿਸਾਬ ਇੱਥੇ ਹੈ, ਜਿੰਨਾ ਤੁਸੀਂ ਕਲੀਨ ਰੈਕਡ ਰੱਖੋਗੇ ਉਨਾ ਹੀ ਜਦੋਂ ਤੁਸੀਂ ਹੋਮ ਇੰਸ਼ੋਰੈਂਸ ਲਓਗੇ ਪ੍ਰਾਇਰ ਈਅਰਸ ਆਫ ਇੰਸ਼ੋਰੈਂਸ ਐਕਸਪੀਰੀਅੰਸ ਤੁਹਾਡਾ ਉਨਾ ਹੀ ਵਧੀਆ ਹੋਊਗਾ ਤਾਂ ਤੁਹਾਨੂੰ ਪ੍ਰਾਈਸ ਘੱਟ ਮਿਲੂਗਾ। ਦੈਟਸ ਅ ਗ੍ਰੇਟ ਨਿਊਜ਼। ਸੋ ਇਹਦੇ ਵਿੱਚ ਮੈਂ ਇੱਕ ਹੋਰ ਚੀਜ਼, ਜਿਵੇਂ ਤੁਸੀਂ ਕਿਹਾ ਵੀ ਪਾਣੀ ਤੋਂ, ਅੱਗ ਤੋਂ ਜਿਹੜਾ ਹੈਗਾ ਤੁਹਾਡਾ ਸਾਰਾ ਸਮਾਨ ਹੈ ਜਿਹੜਾ ਉਹਦੀ ਉਹ ਇੰਸ਼ੋਰਡ ਹੋ ਜਾਂਦਾ, ਚੋਰੀ ਵਗੈਰਾ ਵੀ ਜਿਹੜੀ ਹੈਗੀ ਇਹਦੇ ਵਿੱਚ ਕਵਰਡ ਹੈ ਜੀ? ਬਿਲਕੁਲ ਚੋਰੀ ਵੀ ਕਵਰਡ ਹੈ, ਕਿਉਂਕਿ ਬ੍ਰੇਕ ਇਨ ਦੀਆਂ ਬਹੁਤ ਸਾਰੀਆਂ ਘਟਨਾਵਾਂ ਆਪਣੇ ਇੱਥੇ ਸੁਣਨ ਦੇਖਣ ਨੂੰ ਮਿਲ ਰਹੀਆਂ ਹੁਣ ਪਿਛਲੇ ਦਿਨਾਂ 'ਚ। ਅੱਜ ਕੱਲ੍ਹ ਤਾਂ ਬਹੁਤ ਜ਼ਿਆਦਾ, ਐਬਸੋਲਿਊਟਲੀ ਰਾਈਟ, ਅੱਜ ਕੱਲ੍ਹ ਤਾਂ ਬਹੁਤ ਜ਼ਿਆਦਾ ਬ੍ਰੇਕ ਇਨ ਦੀ ਖਬਰਾਂ ਆ ਰਹੀਆਂ। ਉੱਪਰੋਂ ਜੇ ਛੋਟੀ ਮੋਟੀ ਚੀਜ਼ ਹੀ ਫੜ ਲਓ, ਲੈਪਟਾਪ ਹੀ ਅੱਜ ਕੱਲ੍ਹ $1,500-2,000 ਦੇ ਲੈਪਟਾਪ ਹੈ ਜੀ, ਤਾਂ ਔਰ ਜੇ ਤੁਹਾਡੇ ਕੋਲ ਕੋਈ ਹਾਈ ਵੈਲਿਊ ਆਈਟਮ ਹੈ, ਹਮੇਸ਼ਾ ਉਹਦਾ ਬਿੱਲ ਆਫ ਸੇਲ ਆਪਣੇ ਕੋਲ ਰੱਖੋ। ਜੇ ਤੁਹਾਨੂੰ ਲੱਗਦਾ 2,500-3,000 ਤੋਂ ਉੱਪਰ ਦੀ ਚੀਜ਼ ਹੈ ਤਾਂ ਆਪਣੀ ਇੰਸ਼ੋਰੈਂਸ ਕੰਪਨੀ ਨੂੰ ਇਨਫੋਰਮ ਕਰੋ ਕਿ ਤੁਹਾਡੇ ਕੋਲ ਆਹ ਚੀਜ਼ ਹੈ। ਜੇ ਸੈਪਰੇਟਲੀ ਇੰਸ਼ੋਰ ਕਰਾਉਣੀ ਹੋਗੀ, ਜੇ 5-10-15 ਐਕਸਟਰਾ ਦੇਕਰ ਮਹੀਨੇ ਦੇ ਜੇ ਸੈਪਰੇਟਲੀ ਇੰਸ਼ੋਰ ਹੁੰਦੀ ਹੋਵੇ, ਜੁਐਲਰੀ ਹੋਏ, ਸਾਡੇ ਇੰਡੀਅਨਸ ਦਾ ਅਸੀਂ ਜੁਐਲਰੀ ਕਾਫੀ ਰੱਖਦੇ ਘਰ ਆਪਣੇ ਹਲੇ ਵੀ, ਤਾਂ ਜੁਐਲਰੀ ਵੀ ਜੇ ਤੁਹਾਡੇ ਕੋਲ ਹੋਏ ਜ਼ਰੂਰ ਆਪ ਮਤਲਬ 5-10-15 ਪਿੱਛੇ ਪੀਸ ਆਫ ਮਾਈਂਡ ਹੈ, ਕਿਉਂਕਿ ਅੱਜ ਕੱਲ੍ਹ ਇੰਨਾ ਜ਼ਿਆਦਾ ਡੈਸਪਰੇਟ ਟਾਈਮਸ ਆ ਗਏ, ਇੰਨੇ ਬ੍ਰੇਕ ਇਨਸ ਹੋ ਰਹੇ, ਕਾਰ ਜੈਕਿੰਗ ਹੋ ਰਹੀ ਹੈ, ਸਭ ਕੁਝ ਹੋ ਰਹੀਆਂ, ਤਾਂ ਆਪਣੇ ਆਪ ਨੂੰ ਸੇਫ ਗਾਰਡ ਰੱਖਣਾ ਇੰਸ਼ੋਰੈਂਸ ਦਾ ਮੇਨ ਮਕਸਦ ਹੀ ਆਹੀ ਹੈ ਜੀ। ਸੋ ਬੜੀ ਗ੍ਰੇਟ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਜੀ। ਜੋ ਮੈਨੂੰ ਇਹਦੇ ਵਿੱਚ ਇੰਟਰਸਟਿੰਗ ਪੁਆਇੰਟ ਲੱਗਿਆ ਉਹ ਇਹ ਲੱਗਿਆ ਕਿ ਜੇ ਟੈਨੈਂਟ ਦੇ ਤੌਰ 'ਤੇ ਅਸੀਂ ਇੰਸ਼ੋਰੈਂਸ ਕਰਾਉਂਦੇ ਹਾਂ ਤਾਂ ਜਦੋਂ ਸਾਡਾ ਆਪਣਾ ਘਰ ਹੋਣਾ ਜੀ, ਉਹਦੇ ਵਿੱਚ ਜਾ ਕੇ ਵੀ ਸਾਨੂੰ ਉਸ ਰੈਕਡ ਦਾ ਸਾਡੇ ਦਾ ਫਾਇਦਾ ਹੋਣਾ। ਇੱਕ ਤਾਂ ਸਵਾਲ ਪੁੱਛਿਆ ਹੈ ਜੀ ਆਪਾਂ ਨੂੰ, ਇਹ ਹੈ ਜੀ ਜਗਦੀਸ਼ ਜੀ ਉਹਨਾਂ ਦਾ ਸਵਾਲ ਹੈ। ਉਹ ਪੁੱਛਦੇ ਆ ਕਿ ਜੇ ਅਸੀਂ ਘਰ ਦੇ ਵਿੱਚ ਰੈਨੋਵੇਸ਼ਨ ਕਰਾਉਣੀ ਹੋਵੇ ਤਾਂ ਕੀ ਸਾਨੂੰ ਇੰਸ਼ੋਰੈਂਸ ਵਾਲਿਆਂ ਨੂੰ ਇਨਫੋਰਮ ਕਰਨਾ ਪੈਂਦਾ? ਬਿਲਕੁਲ, ਦੇਖੋ ਰੈਨੋਵੇਸ਼ਨਸ ਦੋ ਟਾਈਪ ਦੀ ਹੁੰਦੀਆਂ, ਮਾਈਨਰ ਰੈਨੋਵੇਸ਼ਨਸ, ਮੇਜਰ ਰੈਨੋਵੇਸ਼ਨਸ। ਜੇ ਤਾਂ ਮਾਈਨਰ ਰੈਨੋਵੇਸ਼ਨ ਹੈ, ਜਿੱਦਾਂ ਤੁਸੀਂ ਪੇਂਟ ਕਰਵਾ ਰਹੇ ਹੋ ਪੂਰਾ ਘਰ, ਜਾਂ ਤੁਸੀਂ ਬੈਕਯਾਰਡ ਨੂੰ ਸਟੇਨ ਕਰਵਾ ਰਹੇ ਹੋ, ਜਾਂ ਫਿਰ ਤੁਸੀਂ ਮਾਈਨਰ ਇਲੈਕਟ੍ਰੀਕਲ ਫਿਟਿੰਗਸ ਚੇਂਜ ਕਰਵਾ ਰਹੇ ਹੋ, ਇਹ ਆਉਂਦੀ ਹੈ ਮਾਈਨਰ ਰੈਨੋਵੇਸ਼ਨ। ਬਾਥਰੂਮ ਰੈਨੋਵੇਟ ਕਰ ਰਹੇ ਹੋ, ਆਹ ਇੰਸ਼ੋਰੈਂਸ ਕੰਪਨੀ ਨੂੰ ਦੱਸਣ ਦੀ ਲੋੜ ਨਹੀਂ ਹੈ। ਲੇਕਿਨ ਜੇ ਕੋਈ ਮੇਜਰ ਰੈਨੋਵੇਸ਼ਨ ਹੋ ਰਹੀ ਹੈ, ਜਿਸ ਤਰ੍ਹਾਂ ਤੁਹਾਡੀ ਬੇਸਮੈਂਟ ਅਨਫਿਨਿਸ਼ਡ ਹੈ, ਹੁਣ ਫਿਨਿਸ਼ਡ ਹੋਣ ਲੱਗੀ ਹੈ, ਉਹ ਦੱਸਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜਾਂ ਤੁਸੀਂ ਕੋਈ ਸਟਰਕਚਰਲ ਚੇਂਜਸ ਕਰ ਰਹੇ ਹੋ, ਉਹ ਦੱਸਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਜ਼ਰੂਰੀ ਕਿਉਂ ਹੈ? ਕਿਉਂਕਿ ਕੱਲ੍ਹ ਜੇ ਤੁਹਾਨੂੰ ਗੋਡ ਫੋਰਬਿਡ ਘਰ ਨੂੰ ਕੁਝ ਹੋ ਜਾਂਦਾ ਹੈ, ਜੇ ਇੰਸ਼ੋਰੈਂਸ ਕੰਪਨੀ, ਤੁਸੀਂ ਚਾਹੁੰਦੇ ਹੋ ਕਿ ਜਿਸ ਤਰ੍ਹਾਂ ਤੁਹਾਡਾ ਘਰ ਪਹਿਲਾਂ ਸੀ ਉਸ ਤਰ੍ਹਾਂ ਘਰ ਵਾਪਸ ਮਿਲੇ, ਤਾਂ ਕੰਪਨੀ ਨੂੰ ਪਤਾ ਵੀ ਹੋਣਾ ਚਾਹੀਦਾ ਕਿ ਤੁਹਾਡਾ ਘਰ ਸੀਗਾ ਕਿਸ ਤਰ੍ਹਾਂ ਪਹਿਲਾਂ। ਵਿਕਰਮ ਪਾਲ ਹੋਣਾ ਦਾ ਇੱਕ ਕੁਐਸਚਨ ਹੈ ਜੀ, ਬੜਾ ਇੰਟਰਸਟਿੰਗ ਆ। ਉਹ ਕਹਿੰਦੇ ਜੀ ਹੋਮ ਇੰਸ਼ੋਰੈਂਸ ਕੰਪਨੀਜ਼ ਕਈ ਜਿਹੜੀਆਂ ਹੈ ਉਹ ਐਪਲੀਕੇਸ਼ਨ ਹੀ ਐਕਸੈਪਟ ਨਹੀਂ ਕਰਦੀਆਂ ਜੇ ਘਰ ਦੇ ਵਿੱਚ ਗਾਰਡਨ ਜਾਂ ਪਲਾਂਟਸ ਜਾਂ ਵੈਜੀਟੇਸ਼ਨ ਹੋਵੇ ਬੈਕਯਾਰਡ ਦੇ ਵਿੱਚ। ਇਸ ਤਰ੍ਹਾਂ ਕਿਉਂ ਹੁੰਦਾ? ਦੇਖੋ ਜੀ, ਗਾਰਡਨ ਪਲਾਂਟਸ ਜਾਂ ਵੈਜੀਟੇਸ਼ਨ ਵਿੱਚ ਇੱਕ ਕੈਟੇਗਰੀ ਹੁੰਦੀ ਹੈ, ਖਾਸ ਕਰ ਜਿਹੜੀ ਕਿ ਕੈਨੇਬਿਸ ਦੀ ਕੈਟੇਗਰੀ ਹੈ। ਕੰਪਨੀਜ਼ ਮੋਸਟਲੀ ਉਹਨੂੰ ਲੈ ਕੇ ਨਹੀਂ ਕਰਦੀ ਹੈ। ਉਹ ਵੀ ਇੱਦਾਂ ਨਹੀਂ ਹੈ ਕਿ ਜੇ ਇੱਕ ਵੀ ਪਲਾਂਟ ਹੋਇਆ ਤਾਂ ਨਹੀਂ, ਬਟ ਜੇ ਮਲਟੀਪਲ ਪਲਾਂਟਸ ਹੁੰਦੇ ਹੈ ਤਾਂ ਫਿਰ ਉਹਨੂੰ ਐਕਸੈਪਟ ਨਹੀਂ ਕਰਦੀ ਹੈ। ਜਿੱਥੇ ਤੱਕ ਰਹੀ ਗੱਲ ਦੂਜੇ ਗਾਰਡਨ ਜਾਂ ਵੈਜੀਟੇਸ਼ਨ ਦੀ, ਮੈਂ ਇੰਨਾ ਕਹਿ ਸਕਦਾ ਸਾਡੀ ਕੰਪਨੀ ਨੂੰ ਤਾਂ ਕੋਈ ਹੈਂਗ ਅਪ ਨਹੀਂ ਹੈ, ਅਨਲੈਸ ਐਂਡ ਅੰਟਲ ਤੁਸੀਂ ਕਮਰਸ਼ੀਅਲੀ ਉਸ ਚੀਜ਼ ਨੂੰ ਤੁਸੀਂ ਕਰ ਰਹੇ ਹੋ ਕਿ ਤੁਸੀਂ ਮਤਲਬ ਉੱਥੋਂ ਵੈਜੀਜ਼ ਲੈ ਕੇ ਜਾਂ ਵੈਜੀਟੇਬਲ ਜਾਂ ਫਰੂਟਸ ਗਰੋ ਕਰਕੇ ਉਹਨੂੰ ਵੇਚ ਰਹੇ ਹੋ, ਉਹਨੂੰ ਐਜ਼ ਅ ਫਾਰਮਲੈਂਡ ਯੂਜ਼ ਕਰ ਰਹੇ ਹੋ, ਤਾਂ ਫਿਰ ਤੁਹਾਨੂੰ ਇੰਸ਼ੋਰੈਂਸ ਕੰਪਨੀ ਨੂੰ ਦੱਸ ਕੇ ਅਕੋਰਡਿੰਗਲੀ ਇੰਸ਼ੋਰੈਂਸ ਲੈਣੀ ਪੈਣੀ ਹੈ। ਬਟ ਕੋਈ ਪਰਟੀਕੂਲਰ ਵੈਜੀਟੇਸ਼ਨ 'ਤੇ ਰੋਕ ਨਹੀਂ ਹੈ ਐਕਸੈਪਟ ਕੈਨੇਬਿਸ। ਜੀ ਇੱਕ ਹੋਰ ਸਵਾਲ ਸੀਗਾ ਜੀ, ਕਹਿੰਦੇ ਹਾਊ ਇੰਪੋਰਟੈਂਟ, ਇਹਦੇ ਬਾਰੇ ਵੈਸੇ ਆਪਾਂ ਗੱਲ ਕਰ ਚੁੱਕੇ ਹਾਂ ਕਿ ਟੈਨੈਂਟ ਲਈ ਇੰਸ਼ੋਰੈਂਸ ਲੈਣੀ ਕਿਉਂ ਜ਼ਰੂਰੀ ਹੈ, ਪਰ ਹਾਂ ਕਈ ਵਾਰ ਇਹ ਆਟੋ ਇੰਸ਼ੋਰੈਂਸ ਦੇ ਨਾਲ ਕਲੱਬ ਕਰਕੇ ਲਈ ਜਾਂਦੀ ਹੈ। ਮੈਂ ਬਿਲਕੁਲ ਉਸੇ ਬਾਤ 'ਤੇ ਮੈਂ ਆ ਰਿਹਾ ਸੀ ਹੁਣ ਕਿ ਦੇਖੋ ਆਉਂਦੇ ਹੀ ਆਉਂਦੇ ਤੁਸੀਂ ਹਮੇਸ਼ਾ ਆਟੋ ਇੰਸ਼ੋਰੈਂਸ ਤਾਂ ਲੈਂਦੇ ਹੀ ਹੋ, ਕਿਉਂਕਿ ਗੱਡੀ ਬਿਨਾਂ ਤਾਂ ਇੱਥੇ ਗੁਜ਼ਾਰਾ ਹੈ ਹੀ ਨਹੀਂ ਜੀ। ਮੈਂ ਹਮੇਸ਼ਾ ਰეკਮੈਂਡ ਕਰੂੰਗਾ ਕਿ ਆਟੋ ਦੇ ਨਾਲ ਟੈਨੈਂਟ ਨੂੰ ਕੰਬਾਈਨ ਕਰੋ। ਵਰਸਟ ਕੇਸ ਸਿਨਾਰੀਓ 'ਚ ਵੀ ਤੁਸੀਂ ਜਿੰਨਾ ਆਟੋ ਦੇ ਪੈਸੇ ਖਰਚ ਰਹੇ ਹੋ ਨਾ, ਓਨਾ ਹੀ ਆਟੋ ਪਲੱਸ ਟੈਨੈਂਟ ਮਿਲਾ ਕੇ ਓਨਾ ਕੀ ਬਣੂਗਾ, ਓਨਾ ਕੀ ਬਣੂਗਾ। ਜੇ ਫੋਰ ਐਗਜ਼ਾਮਪਲ ਤੁਹਾਡੀ ਆਟੋ ਦੀ ਕਿਸ਼ਤ 300 ਹੈ ਨਾ, ਤਾਂ ਆਟੋ ਪਲੱਸ ਟੈਨੈਂਟ ਵੀ 300, ਵਰਸਟ ਕੇਸ ਸਿਨਾਰੀਓ 'ਚ 300 ਆਓਗੇ। ਮੋਸਟ ਆਫ ਦ ਕੰਪਨੀਜ਼ ਤੁਹਾਨੂੰ ਡਿਸਕਾਊਂਟ ਦਿੰਦੀ ਹੈ, ਬਲਕਿ ਤਾਂ 270 280 ਤੇ ਹੀ ਆ ਜਾਓਗੇ। ਤਾਂ ਹਮੇਸ਼ਾ ਕੋਈ ਨੁਕਸਾਨ ਨਹੀਂ ਹੈ, ਤੁਹਾਡਾ ਪੈਸਾ ਵੀ ਬਚਦਾ ਹੈ, ਉੱਪਰੋਂ ਮੋਰ ਚੀਜ਼ਾਂ ਇੰਸ਼ੋਰਡ ਹੁੰਦੀਆਂ। ਇੱਕ ਸਵਾਲ ਹੈ ਜੀ ਸ਼ਮਸ ਹੋਣਾ ਦਾ, ਇਹ ਪੁੱਛ ਰਹੇ ਆ ਕਿ ਕੋਟ ਲੈਣ ਲਈ ਕੀ ਕੀ ਰਿਕੁਆਇਰਡ ਹੁੰਦਾ?
ਫਿਲਹਾਲ ਸਿਰਫ ਐਂਡ ਸਿਰਫ ਆਪਣੇ ਹੱਥ 'ਚ ਆਪਣਾ ਡਰਾਈਵਰ ਲਾਇਸੈਂਸ ਦਾ ਫੋਟੋ ਰੱਖੋ ਜਾਂ ਨੰਬਰ ਰੱਖੋ, ਮੋਰ ਦੈਨ ਇਨਫ ਹੈ। ਬਾਕੀ ਤਾਂ ਸਾਰੀ ਵਰਬਲ ਪ੍ਰੋਪਰਟੀ ਇਨਫੋਰਮੇਸ਼ਨ। ਇੰਸ਼ੋਰੈਂਸ ਲਈ, ਹੋਮ ਇੰਸ਼ੋਰੈਂਸ ਲਈ। ਅੱਛਾ, ਜੇ ਹੋਮ ਦੀ ਇੰਸ਼ੋਰੈਂਸ ਹੈ, ਹੋਮ ਲਈ ਸਭ ਤੋਂ ਬੇਸਿਕ ਚੀਜ਼ਾਂ ਹੁੰਦੀਆਂ ਕਿ ਸਭ ਤੋਂ ਪਹਿਲਾਂ ਤਾਂ ਤੁਹਾਡਾ ਘਰ ਕਿਸ ਟਾਈਪ ਦਾ ਹੈ। ਕਈ ਵਾਰੀ ਲੋਕਾਂ ਨੂੰ ਆਹੀ ਕਨਫਿਊਜ਼ਨ ਹੁੰਦੀ ਹੈ, ਕਈਆਂ ਦੇ ਬੈਕ ਸਪਲਿਟ ਹੁੰਦੇ, ਕਈਆਂ ਦੇ ਟਰਾਈ ਲੈਵਲ ਸਪਲਿਟ ਹੁੰਦੇ। ਦੇਖੋ ਕਈ ਤਾਂ ਹੁੰਦੇ ਬੇਸਿਕ ਘਰ, ਜਿੱਦਾਂ ਹੋ ਗਏ 2 ਸਟੋਰੀ ਸੈਮੀ ਡਿਟੈਚ ਹੋ ਗਏ ਜਾਂ ਡਿਟੈਚ ਹੋ ਗਏ ਜਾਂ ਬੰਗਲੋ ਹੋ ਗਏ। ਜੀ, ਆਪਣੇ ਘਰ ਦੇ ਟਾਈਪ ਨੂੰ ਜਾਣਨਾ ਜ਼ਰੂਰੀ ਹੈ ਕਿ ਤੁਸੀਂ ਕਿਸ ਟਾਈਪ ਦਾ ਘਰ ਲੈ ਰਹੇ ਹੋ। ਤਾਂ ਉੱਪਰੋਂ ਅਬਵ ਗਰਾਊਂਡ ਤੁਹਾਡਾ ਸਕੁਆਇਰ ਫੁਟੇਜ ਕਿੰਨਾ ਹੈ, ਆਹ ਬੇਸਿਕ ਚੀਜ਼ਾਂ ਜਾਣਨੀਆਂ। ਉੱਪਰੋਂ ਰੂਫ ਦਾ ਏਜ ਕਿੰਨਾ ਹੈ, ਕਿਉਂਕਿ ਰੂਫ ਇੱਥੇ ਕਾਫੀ ਮੇਜਰ ਐਕਸਪੈਂਸ ਮੰਨਿਆ ਜਾਂਦਾ। ਹਰ 15 ਸਾਲਾਂ ਦੇ ਅੰਦਰ ਤੁਹਾਨੂੰ ਰੂਫ ਚੇਂਜ ਕਰਨਾ। ਪਲੱਸ ਰੂਫ ਦੇ ਥਰੂ ਕਾਫੀ ਵਾਟਰ ਡੈਮੇਜ ਵੀ ਸੀਪ ਇਨ ਆਉਂਦੀ ਅੰਦਰ, ਤਾਂ ਕੰਪਨੀ ਆ ਵੀ ਦੇਖਦੀ, ਇੰਸ਼ੋਰੈਂਸ ਕੰਪਨੀ, ਕਿ ਰੂਫ ਈਅਰ ਕਿਹੜਾ ਹੈ। ਉੱਪਰੋਂ ਤੁਹਾਡਾ ਹੌਟ ਵਾਟਰ ਟੈਂਕ ਹੈ ਜਾਂ ਟੈਂਕਲੈਸ ਹੈ, ਜੋ ਵੀ ਹੈ, ਕਿਹੜੇ ਸਾਲ ਦਾ ਹੈ। ਤਾਂ ਇੱਦਾਂ ਦੀ ਬੇਸਿਕ ਇਨਫੋਰਮੇਸ਼ਨ ਰੱਖਣੀ ਚਾਹੀਦੀ। ਇਹ ਤਾਂ ਹੋ ਗਿਆ ਜਿਹੜਾ ਮੇਨ ਓਨਰ ਜਾਂ ਲੈਂਡਲੋਰਡ ਹੋ ਗਿਆ। ਟੈਨੈਂਟ ਵਾਲੇ ਪਾਸਿਓਂ ਜੇ ਕਿਸੇ ਨੇ ਇੰਸ਼ੋਰੈਂਸ ਲੈਣੀ ਹੋਵੇ, ਟੈਨੈਂਟ ਵਾਲੇ ਪਾਸੇ ਜ਼ਿਆਦਾ ਕੁਝ ਵੀ ਨਹੀਂ ਲੱਗਦਾ, ਕਿਉਂਕਿ ਟੈਨੈਂਟ ਵਿੱਚ ਤੁਹਾਨੂੰ ਮਤਲਬ ਬੇਸਿਕਲੀ ਤੁਸੀਂ ਸਿਰਫ ਆਪਣੇ ਕੰਟੈਂਟਸ ਨੂੰ ਇੰਸ਼ੋਰ ਕਰ ਰਹੇ ਹੋ। ਤਾਂ ਕੰਟੈਂਟਸ ਦਾ ਜ਼ੋਰ ਹੁੰਦਾ, ਪਲੱਸ ਕਿਸ ਟਾਈਪ ਦਾ ਘਰ ਹੈ ਜਿੱਥੇ ਤੁਸੀਂ ਰਹਿ ਰਹੇ ਹੋ। ਤੁਸੀਂ ਅਪਲਾਇੰਸਸ ਜਿਹੜੇ ਹੈਗੇ ਆ ਉਹਨਾਂ ਦਾ ਜ਼ਿਕਰ ਆਉਂਦਾ। ਅਪਲਾਇੰਸਸ ਦੇਖੋ, ਅਪਲਾਇੰਸਸ ਮੈਂ ਤਾਂ ਹਾਲੇ ਤੱਕ ਕੋਈ ਟੈਨੈਂਟ ਨਹੀਂ ਦੇਖਿਆ ਜਿਹੜਾ ਅਪਲਾਇੰਸ ਓਨ ਕਰਦਾ। ਯੂਜੂਅਲੀ ਲੈਂਡਲੋਰਡ ਜਿਹੜਾ ਘਰ ਦਿੰਦਾ ਹੈ ਉਹ ਅਪਲਾਇੰਸ ਸਮੇਤ ਦਿੰਦਾ। ਤਾਂ ਲੈਂਡਲੋਰਡ ਇੰਸ਼ੋਰੈਂਸ ਦੇ ਅੰਦਰ ਇਨਫੈਕਟ ਅਪਲਾਇੰਸ ਦੀ ਇੰਸ਼ੋਰੈਂਸ ਹਮੇਸ਼ਾ ਐਡੀਸ਼ਨਲ ਲੈ ਲੈਣੀ ਚਾਹੀਦੀ ਜੇ ਤੁਹਾਡੀ ਪਾਲਿਸੀ ਨਹੀਂ ਕਵਰ ਕਰਦੀ। ਅਗੇਨ ਤੁਸੀਂ ਆਪਣੇ ਬ੍ਰੋਕਰ ਜਾਂ ਏਜੰਟ ਨੂੰ ਫੋਨ ਕਰਕੇ ਪੁੱਛ ਸਕਦੇ ਹੋ ਐਜ਼ ਅ ਲੈਂਡਲੋਰਡ ਕਿ ਤੁਹਾਡੀ ਪਾਲਿਸੀ 'ਚ ਅਪਲਾਇੰਸਿਸ ਕਵਰਡ ਹੈ ਕਿ ਨਹੀਂ ਹੈ। ਕਿਉਂਕਿ ਜੇ ਨਹੀਂ ਹੈ ਤਾਂ ਜਿੱਦਾਂ ਫੋਰ ਐਗਜ਼ਾਮਪਲ ਮੇਰੀ ਕੰਪਨੀ $2 ਜਾਂ $2.5 ਤੁਸੀਂ ਐਕਸਟਰਾ ਮਹੀਨੇ ਦੇ ਦਿਓ, ਤੁਹਾਡੇ $10,000 ਤੱਕ ਦੇ ਅਪਲਾਇੰਸਿਸ ਵੀ ਕਵਰ ਕਰਦੀ ਹੈ ਜੀ। ਤਾਂ ਆਯੂਸ਼ ਜੀ, ਫਿਰ ਸਮਾਂ ਜਿਹੜਾ ਹੈਗਾ ਆਪਾਂ ਨੂੰ ਇਜਾਜ਼ਤ ਨਹੀਂ ਦੇ ਰਿਹਾ, ਤਾਂ ਦੋਸਤਾਂ ਤੋਂ ਮਾਫੀ ਮੈਨੂੰ ਜ਼ਰੂਰ ਮੰਗਣੀ ਪੈਣੀ ਹੈ। ਕੁਝ ਸਵਾਲ ਜਿਹੜੇ ਹੈਗੇ ਆ ਜੀ, ਅਮਜਦ ਜੀ, ਨਵਜੋਤ ਜੀ ਅਤੇ ਮਨਜੀਤ ਜੀ, ਮੈਂ ਨਹੀਂ ਲੈ ਸਕਿਆ, ਮੈਂ ਮਾਫੀ ਚਾਹੁੰਦਾ ਜੀ। ਕੁਝ ਸਵਾਲ ਕਨਈਆ ਲਾਲ ਸੋਨੀ ਜੀ, ਮੈਂ ਨੰਬਰ ਤੁਹਾਡਾ ਜਿਹੜਾ ਹੈਗਾ ਜੀ ਫਿਰ ਇੱਕ ਵਾਰੀ ਸ਼ੇਅਰ ਕਰ ਦਿਓ ਤਾਂ ਕਿ ਦੋਸਤਾਂ ਤੱਕ ਪਹੁੰਚ ਜਾਵੇ। ਬਾਕੀ ਜਿਹੜਾ ਹੈਗਾ ਨੰਬਰ ਸਾਡੇ ਰਿਸੈਪਸ਼ਨ ਤੋਂ ਵੀ ਲਿਆ ਜਾ ਸਕਦਾ। ਸੋ ਇੱਕ ਵਾਰ ਤੁਹਾਨੂੰ ਜੇ ਮਿਲਣਾ ਹੋਵੇ, ਤੁਹਾਡਾ ਐਡਰੈਸ ਅਤੇ ਨੰਬਰ ਜਿਹੜਾ ਹੈ। ਜੀ ਬਿਲਕੁਲ, ਥੈਂਕ ਯੂ ਸੋ ਮਚ ਜਤਿੰਦਰ ਜੀ, ਥੈਂਕ ਯੂ ਸੋ ਮਚ ਸਾਰੇ ਲਿਸਨਰਸ ਦਾ। ਆਈ ਨੋ ਸਮਾਂ ਥੋੜ੍ਹਾ ਜਿਹਾ ਘੱਟ ਪੈ ਗਿਆ ਤਾਂ ਅਸੀਂ ਸਾਰੇ ਟੌਪਿਕਸ 'ਤੇ ਟੱਚ ਬੇਸ ਨਹੀਂ ਕਰ ਪਾਏ, ਲੇਕਿਨ ਜੇ ਕਿਸੇ ਨੂੰ ਕੋਈ ਸਵਾਲ ਹੋਏ, ਕਿਸੇ ਤਰੀਕੇ ਦੀ ਗਾਈਡੈਂਸ ਚਾਹੀਦੀ, ਮਦਦ ਚਾਹੀਦੀ ਜਾਂ ਮੋਸਟ ਇੰਪੋਰਟੈਂਟਲੀ ਕੋਡ ਚਾਹੀਦਾ, ਮੈਨੂੰ ਕਾਲ ਕਰ ਲਓ 647 917 2693 647-917-2693। ਮੈਨੂੰ ਕਾਲ ਕਰ ਲਓ ਐਂਡ ਮੈਂ ਸਾਰੇ ਜਿੰਨੇ ਸਵਾਲ ਹੋ ਗਏ ਮਨ 'ਚ ਮੈਨੂੰ ਪੁੱਛ ਲਈਓ। ਆਈਲ ਬੀ ਹੈਪੀ ਟੂ ਹੈਲਪ। ਸੋ ਬਹੁਤ ਬਹੁਤ ਸ਼ੁਕਰੀਆ ਆਯੂਸ਼ ਜੀ, ਤੁਸੀਂ ਸਮਾਂ ਕੱਢ ਕੇ ਸਾਡੇ ਕੋਲ ਪਹੁੰਚੇ ਅਤੇ ਇਹ ਇੰਪੋਰਟੈਂਟ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ। ਫਿਰ ਕਿਸੇ ਨਵੇਂ ਵਿਸ਼ੇ ਦੇ ਨਾਲ ਇਹਨਾਂ ਚੀਜ਼ਾਂ ਨੂੰ ਲੈ ਕੇ ਹੋਰ ਡਿਟੇਲ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਲਈ ਤੁਹਾਨੂੰ ਫਿਰ ਅਸੀਂ ਸੱਦਾ ਦੇਵਾਂਗੇ। ਅੱਜ ਦੇ ਲਈ ਤੁਹਾਡਾ ਬਹੁਤ ਸ਼ੁਕਰੀਆ। ਬਿਲਕੁਲ ਸ਼ੁਕਰੀਆ ਜੀ, ਥੈਂਕ ਯੂ।